ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੰਡਾਉਤ ਬੰਦਨ ਹਾਨਿ ਕਰਵਾਰ, ਸਰਬ ਕਲਾ ਸਮਰੱਥ, ਦੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਤਿਸ ਕੀ ਸ਼ਰਣੀ ਪਰਮਨਾ। ਜਿਸ ਜੀਵੜ ਅਵਰ ਨਾ ਕੋਏ, ਜਿਸ ਸਿਮਰਤ ਸੁਖ ਹੋਏ ਕਣਾ। ਦੁਖ ਦਰਦ ਨਾ ਮੂਰੇ ਹੋਏ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੇ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੇ ਹਾਂ। ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਇੱਕ ਇੱਕ ਵਚਨ ਪੂਰੇ ਧਿਆਨ ਦੇ ਨਾਲ ਸਰਵਣ ਕਰਨਾ ਹੈ। ਸੋ ਧੰਨ ਗੁਰੂ ਨਾਨਕ ਸਾਹਿਬ ਜੋ ਕਿ ਮਨੁੱਖਤਾ ਦੇ ਰਹਿਬਰ, ਗਰੀਬਾਂ ਦੇ ਹਾਮੀ, ਇਸਤਰੀ ਦੀ ਬਰਾਬਰਤਾ ਵਾਸਤੇ ਆਵਾਜ਼ ਉਠਾਉਣ ਵਾਲੇ, ਸਮੇਂ ਦੇ ਹਾਕਮਾਂ ਨੂੰ ਖਰੀਆਂ ਸੁਣਾਉਣ ਵਾਲੇ, ਰਾਜੇਸ਼ੀ ਮੁਕੱਦਮ ਕੁੱਤੇ, ਧਰਮ ਦੇ ਆਗੂਆਂ ਨੂੰ ਕਰਾਰੇ ਹੱਥੀਂ ਲੈਣ ਵਾਲੇ, ਜਿਹੜੇ ਧਰਮ ਜਗਤ ਵਿੱਚ ਵੀ ਕਰਮ ਕਾਂਡ ਫੈਲਾ ਦਿੰਦੇ ਹੈ, ਵਹਿਮ ਧਰਮ ਫੈਲਾ ਦਿੰਦੇ ਹੈ ਧਰਮ ਦੇ ਨਾਮ ਤੇ। ਸਾਂਝੀਵਾਲਤਾ ਦੇ ਪ੍ਰਚਾਰਕ ਧੰਨ ਗੁਰੂ ਨਾਨਕ ਸਾਹਿਬ। ਸੋ ਆਪ ਜੀ ਨੂੰ ਪਤਾ ਹੈ ਗੁਰਪੁਰਬ ਨਾਲ ਸੰਬੰਧਿਤ ਇਹ ਦਿਹਾੜੇ ਚੱਲ ਰਹੇ ਹੈ। ਭਾਵੇਂ ਕਿ ਆਪਾਂ ਕੱਲ੍ਹ ਨੂੰ ਦੇਵੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਣਾ ਹੈ, ਪਰ ਤੁਹਾਨੂੰ ਪਤਾ ਉੱਧਰ ਇੰਡੀਆ ਦੇ ਵਿੱਚ ਤਾਂ ਦਿਨ ਚੜ੍ਹ ਚੁੱਕਿਆ ਹੈ। ਸੋ ਗੁਰਪੁਰਬ ਨਾਲ ਸੰਬੰਧਿਤ ਆਪਾਂ ਕੁਝ ਵਿਚਾਰਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਗੱਲ ਪਹਿਲਾਂ ਸ਼ੁਰੂ ਦੇ ਵਿੱਚ ਸਮਝ ਲਈਏ ਕਿ ਗੁਰੂ ਨਾਨਕ ਬਾਬਾ ਜੀ ਦਾ ਦਰਸ਼ਨ ਹੈ ਗੁਰਬਾਣੀ ਨੂੰ ਧਿਆਨ ਲਾ ਕੇ ਸੁਣਨਾ। ਪਰ ਇਹ ਸਾਡੇ ਵਿੱਚ ਬਹੁਤ ਵੱਡੀ ਕਮਜ਼ੋਰੀ ਆ ਗਈ, ਬਹੁਤ ਨੁਕਸਾਨ ਕੀਤਾ ਸਾਡਾ ਇਸ ਗੱਲ ਨੇ ਕਿ ਅਸੀਂ ਮੂਰਤੀ ਪੂਜਿਤ ਹੋ ਗਏ। ਜਿਸ ਸਤਿਪੁਰਸ਼ ਦੇ ਗਿਆਨ ਨੂੰ ਲੁਕਾਉਣਾ ਹੋਵੇ ਉਹਦੀ ਨਕਲੀ ਫੋਟੋ ਪ੍ਰਚਲਿਤ ਕਰ ਦਿੱਤੀ ਜਾਂਦੀ ਹੈ। ਇਹ ਸਾਜ਼ਿਸ਼ ਸਾਡੇ ਦੀ ਖੇਡੀ ਹੈ। ਮਨੁੱਖਤਾ ਨੂੰ ਗੁਰੂ ਨਾਨਕ ਬਾਬਾ ਜੀ ਦੀ ਬਾਣੀ ਨੇ ਤਾਰਿਆ, ਫੋਟੋ ਨੇ ਨਹੀਂ ਤਾਰਿਆ। ਆਪ ਜੀ ਦੱਸੋ, ਤੁਹਾਨੂੰ ਪ੍ਰਸ਼ਨ ਕਰਦੇ ਹਾਂ, ਫੋਟੋ ਤਾਰਦੀ ਹੈ ਕਿ ਬਾਣੀ ਤਾਰਦੀ ਹੈ? ਬਾਣੀ ਤਾਰਦੀ ਹੈ। ਗੁਰਬਾਣੀ ਸੁਣਨਾ ਹੀ ਗੁਰੂ ਜੀ ਦਾ ਦਰਸ਼ਨ। ਬਹੁਤ ਪਤਾ ਗੁਰਬਾਣੀ ਸੁਣਨਾ ਹੀ ਗੁਰੂ ਜੀ ਦਾ ਦਰਸ਼ਨ ਹੈ। ਗੁਰੂ ਨਾਨਕ ਜੀ ਨੂੰ ਸੁਣਿਆ, ਵੇਖਿਆ, ਸਿੱਖਿਆ, ਗਰਵਾਸਨਾ ਕਰਿਆ ਹੈ। ਗੁਰਬਾਣੀ ਪ੍ਰਮਾਣ ਲਿਆ ਨਾਲ ਆਪਾਂ ਕਿ ਧਿਆਨ ਨਾਲ ਕੇ ਸੁਣਨਾ ਹੀ ਗੁਰੂ ਦਾ ਦਰਸ਼ਨ ਹੈ। ਸੁਣਿਆ ਵੇਖਿਆ ਦਾ ਭਾਵ ਕੀ ਹੁੰਦਾ ਹੈ? ਸੁਣ ਕੇ ਦਰਸ਼ਨ ਕਰਨਾ ਹੈ। ਜਿਨ੍ਹਾਂ ਨੇ ਗੁਰੂ ਬਾਬਾ ਜੀ ਦੀ ਬਾਣੀ ਨੂੰ ਧਿਆਨ ਨਾਲ ਕੇ ਸੁਣਿਆ, ਸਮਝਿਆ, ਉਹਨਾਂ ਨੇ ਮਨ ਨੂੰ ਗੁਰੂ ਬਾਬਾ ਜੀ ਦਾ ਦਰਸ਼ਨ ਕਰ ਲਿਆ। ਜਿਨ੍ਹਾਂ ਨੇ ਗੁਰਬਾਣੀ ਨਹੀਂ ਸੁਣੀ, ਉਹਨਾਂ ਨੇ ਗੁਰੂ ਨਾਨਕ ਬਾਬਾ ਜੀ ਦਾ ਦਰਸ਼ਨ ਨਹੀਂ ਕੀਤਾ। ਸੋ ਧਿਆਨ ਨਾਲ ਕੇ ਸੁਣਨਾ ਹੀ ਗੁਰੂ ਦਾ ਦਰਸ਼ਨ ਹੈ। ਇੱਧਰ ਕਰ ਲਓ। ਸਤਿਗੁਰ ਨੂੰ ਸਭ ਤੋਂ ਵੇਖਦਾ ਜੇਤਾ ਜਗਤ ਸੰਸਾਰ, ਵੇਖੇ ਮੁਕਤ ਨਾ ਹੋਵਹੀ ਜਿਚਰ ਸ਼ਬਦ ਨਾ ਕਰਹਿ ਵਿਚਾਰ। ਜਿੰਨਾ ਵੀ ਜਗਤ ਹੈ, ਜਿੰਨਾ ਵੀ ਸੰਸਾਰ ਹੈ, ਜਿੰਨੀ ਦੁਨੀਆ ਹੈ, ਇਹਨਾਂ ਬਾਹਰਲੀਆਂ ਅੱਖਾਂ ਨਾਲ ਤਾਂ ਸਭ ਕੁਝ ਵੇਖ ਲੈਂਦਾ ਹੈ। ਸਤਿਗੁਰ ਨੂੰ ਸਭ ਤੋਂ ਵੇਖਦਾ ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵਈ। ਇਹਨਾਂ ਅੱਖਾਂ ਦੇ ਨਾਲ ਮੂੰਹ ਮੱਥਾ ਵੇਖ ਕੇ ਮੁਕਤੀ ਨਹੀਂ ਮਿਲਦੀ। ਸਿੱਧ ਹੋ ਗਿਆ ਵੀ ਅੱਖਾਂ ਕੀ ਵੇਖਣਗੀਆਂ? ਮੂੰਹ ਮੱਥਾ
ਦਿਖਾਵੇ ਕਰਨਗੀਆਂ। ਸੋ ਇਹਨਾਂ ਅੱਖਾਂ ਦੇ ਨਾਲ ਵਾਰੀ ਦਰਸ਼ਨ ਕਰਕੇ ਮੁਕਤੀ ਨਹੀਂ ਹੋ ਜਾਂਦੀ। ਡਿੱਠੇ ਮੁਕਤ ਨਾ ਹੋਵੇਗੀ ਜਿਚਰ ਸ਼ਬਦ ਨਾ ਕਰੇ ਵਿਚਾਰ। ਜਿਚਰ ਦਾ ਭਾਵ ਜਿੰਨੀ ਦੇਰ ਅਸੀਂ ਗੁਰੂ ਦੇ ਸ਼ਬਦ ਦੀ, ਗੁਰੂ ਦੇ ਉਪਦੇਸ਼ ਦੀ ਵਿਚਾਰ ਨਹੀਂ ਕਰਦੇ, ਉਨੀ ਦੇਰ ਗੁਰੂ ਦਾ ਦਰਸ਼ਨ ਨਹੀਂ ਹੋਇਆ, ਬਾਣੀ ਤੋਂ ਸਿੱਧ ਹੋਇਆ। ਤੈਨੂੰ ਨਹੀਂ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਜਿਹੜੇ ਵਿਚਾਰ ਦੁਆਰਾ ਗੁਰੂ ਦਾ ਦਰਸ਼ਨ ਕਰਦੇ ਹੈ, ਉਹਨਾਂ ਦਾ ਪ੍ਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ। ਗੁਰੂ ਦਾ ਕਿਹੜਾ ਦਰਸ਼ਨ ਹੈ ਜੋ ਪ੍ਰਮਾਤਮਾ ਨਾਲ ਪਿਆਰ ਪਾਉਂਦਾ ਹੈ? ਵਿਚਾਰ ਦਰਸ਼ਨ। ਵਿਚਾਰ ਦੁਆਰਾ ਗੁਰੂ ਦਾ ਦਰਸ਼ਨ ਕਰਨਾ ਹੈ ਤੇ ਫਿਰ ਪ੍ਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ। ਸੋ ਮੁਕਤੀ ਪੂਜਾ ਤੋਂ ਬਚੋ। ਗੁਰੂ ਬਾਬਾ ਜੀ ਦਾ ਦਰਸ਼ਨ, ਗੁਰਬਾਣੀ ਸੁਣਨਾ ਹੀ ਦਰਸ਼ਨ ਹੈ। ਸੋ ਗੁਰਬਾਣੀ ਨੂੰ ਸੁਣੋ, ਸਮਝੋ, ਫਿਰ ਸਾਡਾ ਜੀਵਨ ਹੈ ਜੋ ਇਹ ਮਹਾਨ ਬਣ ਜਾਂਦਾ ਹੈ। ਆਓ ਹੁਣ ਆਪਾਂ ਗੁਰੂ ਬਾਬਾ ਜੀ ਦਾ ਦਰਸ਼ਨ ਕਰਨਾ ਸ਼ੁਰੂ ਕਰੀਏ। ਇਸੀ ਭੂਮਿਕਾ। ਹਾਂਜੀ, ਗੁਰੂ ਨਾਨਕ ਸਾਹਿਬ ਜੀ ਗੁਰਬਾਣੀ ਦੇ ਵਿੱਚ ਆਪਾਂ ਨੂੰ ਇਹ ਦ੍ਰਿੜ ਕਰਾਉਂਦੇ ਨੇ। ਹੁਣ ਇੱਕ ਪਹਿਲੇ ਨੁਕਤੇ ਦੇ ਦਰਸ਼ਨ ਕਰੋ। ਗੁਰੂ ਬਾਬਾ ਜੀ ਦਾ ਦਰਸ਼ਨ ਭਾਵ ਗੁਰੂ ਬਾਬਾ ਜੀ ਦਾ ਉਪਦੇਸ਼ ਕੀ ਹੈ? ਉਪਦੇਸ਼ ਹੀ ਦਰਸ਼ਨ ਹੈ। ਆਪਾਂ ਸਮਝ ਲਿਆ ਕਿ ਇੱਥੇ ਇੱਕ ਪਰਮਾਤਮਾ ਹੈ ਜੋ ਸਭ ਵਿਆਪਕ ਹੈ। ਉਸ ਪਰਮਾਤਮਾ ਤੋਂ ਬਿਨਾਂ ਦੂਜੀ ਇੱਥੇ ਹੋਰ ਕੋਈ ਸ਼ਕਤੀ ਨਹੀਂ। ਕੀ ਦ੍ਰਿੜ ਕਰਾਉਂਦੇ ਨੇ? ਸਾਰਵੰ ਸਾਚਾ ਏਕ ਹੈ, ਦੂਜਾ ਨਹੀਂ ਕੋਈ। ਪਰਮਾਤਮਾ ਇੱਕ ਹੈ ਤੇ ਪਰਮਾਤਮਾ ਤੋਂ ਵੱਖ ਇੱਥੇ ਹੋਰ ਕੋਈ ਸ਼ਕਤੀ ਨਹੀਂ। ਜੇ ਆਪਾਂ ਮੰਨੀਏ ਤਾਂ ਗੁਰੂ ਨਾਨਕ ਬਾਬਾ ਜੀ ਦੇ ਇੱਕ ਵਚਨ ਨੇ ਸਾਰੇ ਦੇਵੀ ਦੇਵਤੇ, ਬਾਬੇ ਪੀਰਾਂ ਦਾ ਭੋਗ ਪਾਤਾ। ਸਾਰਵੰ ਸਾਚਾ ਏਕ ਹੈ, ਦੂਜਾ। ਹੁਣ ਆਪਣੇ ਅੰਦਰ ਝਾਤੀ ਮਾਰੋ ਵੀ ਮਨ ਮੰਨਦਾ ਗੁਰੂ ਬਾਬਾ ਜੀ ਦਾ ਵਚਨ? ਜੇ ਤਾਂ ਮਨ ਮੰਨਦਾ ਤਾਂ ਬਹੁਤ ਵੱਡੇ ਭਾਗ ਹੈ। ਕਈ ਵਾਰੀ ਸਾਡਾ ਮਨ ਗੁਰੂ ਨੂੰ ਕਬੂਲ ਨਹੀਂ ਕਰਦਾ। ਤੁਸੀਂ ਕਹੋਗੇ ਕਿਸ ਤਰ੍ਹਾਂ? ਗੁਰੂ ਬਾਬਾ ਜੀ ਕਹਿੰਦੇ ਦੂਜਾ ਨਹੀਂ ਕੋਈ। ਸਾਡਾ ਚੰਦਰਾ ਮਨ ਦੱਸਣ ਦਾ ਨਹੀਂ ਜੋ ਸਾਰਾ ਕੁਛ ਹੀ ਹੈਗਾ, ਚੀਜ਼ਾਂ ਤਾਂ ਸਾਰੀਆਂ ਹੈਗੀਆਂ, ਸ਼ਕਤੀਆਂ ਸਾਰੀਆਂ, ਐਵੇਂ ਤਾਂ ਨਹੀਂ ਗੱਲਾਂ ਬਣਾਈਆਂ, ਸਾਰਾ ਕੁਛ ਹੀ ਹੈਗਾ। ਭਾਵ ਕਿ ਜੀ ਬਾਣੀ ਪੜ੍ਹਦੀ ਹੈ, ਚੰਦਰਾ ਮਨ ਨਹੀਂ ਗੁਰੂ ਦੀ ਬਾਣੀ ਪੜ੍ਹਦਾ। ਮਨ ਗੁਰੂ ਤੋਂ ਉਲਟ ਬੋਲਦਾ। ਗੁਰੂ ਜੀ ਕਹਿੰਦੇ ਨੇ ਦੂਜਾ ਨਹੀਂ ਕੋਈ, ਸਾਡਾ ਚੰਦਰਾ ਮਨ ਕਹਿੰਦਾ ਸਾਰਾ ਕੁਛ ਹੀ ਹੈਗਾ। ਪੜ੍ਹ ਲਓ ਆਪਣੇ ਮਨ ਨੂੰ। ਤੁਸੀਂ ਤੁਹਾਡਾ ਆਪਣੇ ਮਨ ਨੂੰ ਪੜ੍ਹੋ। ਸੋ ਮਨ ਕਰਕੇ ਗੁਰੂ ਦਾ ਵਚਨ ਮੰਨ ਲਓ। ਪਹਿਲਾ ਹੀ ਵਚਨ ਹੈ ਇੱਕ ਓੰਕਾਰ, ਇੱਕ ਆਕਾਰ ਪੁਰਖ, ਇੱਕ ਰਸ ਵਿਆਪਕ ਹੈ। ਸਤਿਨਾਮ ਸਦੀਵੀ ਹੋਂਦ ਹੈ। ਕਰਤਾ ਪੁਰਖ ਰਚਨਹਾਰ, ਰਚਨਾ ਦੇ ਵਿੱਚ ਹੀ ਸਮਾਇਆ ਹੋਇਆ ਹੈ। ਨਿਰਭਉ ਭੈ ਤੋਂ ਰਹਿਤ ਹੈ, ਭਾਵ ਪਰਮਾਤਮਾ ਭਾਣੀ ਦਾ ਮਾਲਕ ਹੈ। ਸਭ ਕੁਝ ਪਰਮਾਤਮਾ ਦੇ ਭੈ ਵਿੱਚ ਹੈ, ਭਾਵ ਇੱਕ ਔਰ ਦੇ ਵਿੱਚ ਹੈ। ਜਿਵੇਂ ਭੈ ਵਿੱਚ ਪਵਨ ਹੈ ਸਦਭਾਵ, ਭੈ ਵਿੱਚ ਚੱਲਹਿ ਲੱਖ ਦਰਿਆ। ਭੈ ਵਿੱਚ ਕਰਨ ਕੱਢੈ ਵੇਕਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਗਿੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਉਹ ਕਰੋੜੀ ਚੱਲਦਾ ਨਾਮ। ਦੱਸੋ ਕਹਿਣ ਦਾ ਭਾਵ ਸਭ ਕੁਝ ਪਰਮਾਤਮਾ ਜੀ ਦੇ ਭੈ ਵਿੱਚ ਹੈ, ਜਿਹਨੂੰ ਸਾਇੰਸ ਦੀ ਭਾਸ਼ਾ ਵਿੱਚ ਕਹਿੰਦੇ ਹਨ ਦੀ ਕਾਸਮਿਕ ਆਰਡਰ। ਜਿਵੇਂ ਕਿ ਸੂਰਜ ਦੇ ਆਸੇ ਪਾਸੇ ਉਪਗ੍ਰਹਿ ਭੈ ਦੇ ਵਿੱਚ ਚੱਕਰ ਲਾਉਂਦੇ ਆ, ਭਾਵੇਂ ਆਰਡਰ ਦੇ ਵਿੱਚ ਚੱਕਰ ਲਾਉਂਦੇ ਆ। ਜੋ ਬ੍ਰਹਿਮੰਡ ਖੰਡ ਸੋ ਜਾਣੋ, ਬ੍ਰਹਿਮੰਡ ਦੇ ਵਿੱਚ ਜੋ ਨਿਯਮ ਹੈ ਉਹੀ ਨਿੱਕੇ ਤੋਂ ਨਿੱਕੇ ਕਣ ਵਿੱਚ ਇਲੈਕਟ੍ਰੋਨ ਤੇ ਪ੍ਰੋਟੋਨ ਵੀ ਉਹਦੇ ਚੱਕਰ ਲਾਉਂਦੇ ਹੈ, ਜਿੱਦਾਂ ਕਿ ਸੂਰਜ ਦੇ ਆਸੇ ਪਾਸੇ ਉਪਗ੍ਰਹਿ। ਭਾਵ ਕਿ ਸਭ ਕੁਝ ਇੱਕ ਨਿਯਮ ਦੇ ਵਿੱਚ ਚੱਲ ਰਿਹਾ ਹੈ। ਨਿਯਮ ਨੂੰ ਧਰਮ ਦੀ ਭਾਸ਼ਾ ਵਿੱਚ ਭਾਉ ਕਹਿੰਦੇ ਆ। ਪਰ ਪਰਮਾਤਮਾ ਜੀ ਨਿਰਭਉ ਹੈ, ਭਾਵ ਕਿ ਪਰਮਾਤਮਾ ਭਾਣੀ ਦਾ ਮਾਲਕ ਹੈ। ਪਰਮਾਤਮਾ ਜੀ ਕੁਝ ਵੀ ਕਰ ਸਕਦੇ ਨੇ। ਪਰਮਾਤਮਾ ਨਿਯਮ ਦਾ ਕਰਤਾ ਹੈ। ਪਰਮਾਤਮਾ ਨੂੰ ਕੁਝ ਭਾਉਂਦਾ ਹੋਵੇ ਤਾਂ ਨਿਯਮ ਦੀ ਮਸਾਜੀ ਨਹੀਂ। ਇੱਥੇ ਆ ਕੇ ਸਾਡੇ ਵਿਦਵਾਨ ਵੀ ਥੋੜਾ ਕੁ ਭੁਲੇਖਾ ਖਾ ਜਾਂਦੇ ਆ। ਭੁਲੇਖਾ ਫਿਰ ਵੱਡਾ ਵੀ ਹੈ। ਜਦੋਂ ਇਹ ਕਹਿ ਦਿੱਤਾ ਜਾਂਦਾ ਹੈ ਪਰਮਾਤਮਾ ਨਿਯਮ ਹੀ ਪਰਮਾਤਮਾ ਹੈ, ਨਾ, ਪਰਮਾਤਮਾ ਨਿਯਮ ਦਾ ਕਰਤਾ ਹੈ। ਪਰਮਾਤਮਾ ਨੂੰ ਨਿਯਮ ਦੀ ਮਸਾਜੀ ਨਹੀਂ। ਉਹ ਸਭ ਸ਼ਕਤੀਮਾਨ ਹੈ, ਸੁਪਰੀਮ ਪਾਵਰ ਹੈ, ਮਹਾਸ਼ਕਤੀ ਹੈ। ਪਰਮਾਤਮਾ ਕੁਝ ਵੀ ਕਰ ਸਕਦਾ ਹੈ, ਪਰ ਸਭ ਕੁਝ ਪਰਮਾਤਮਾ ਦੇ ਇੱਕ ਨਿਯਮ ਦੇ ਵਿੱਚ ਵੀ ਚੱਲ ਰਿਹਾ ਹੈ। ਪਰਮਾਤਮਾ ਨੂੰ ਕੁਝ ਭਾਉਂਦਾ ਹੋਵੇ ਤਾਂ ਨਿਯਮ ਦੀ ਕੋਈ ਮਸਾਜੀ ਨਹੀਂ। ਨਿਰਭਉ ਦਾ ਇਹੀ ਅਰਥ ਹੈ ਕਿ ਪਰਮਾਤਮਾ ਕਿਸੇ ਭੈ ਵਿੱਚ ਨਹੀਂ, ਭਾਵ ਕਿ ਪਰਮਾਤਮਾ ਕਿਸੇ ਨਿਯਮ ਦੇ ਵਿੱਚ ਕੈਦ ਨਹੀਂ, ਕਿਉਂਕਿ ਉਹ ਤਾਂ ਨਿਯਮ ਦਾ ਕਰਤਾ ਹੈ। ਉਹ ਤਾਂ ਆਪ ਭਾਣੇ ਦਾ ਮਾਲਕ ਹੈ। ਨਿਰਵੈਰ ਵੈਰ ਤੋਂ ਰਹਿਤ ਹੈ, ਅਕਾਲ ਮੂਰਤ ਸਮੇਂ ਤੋਂ ਪਾਰ ਹਸਤੀ ਹੈ, ਅਜੂਨੀ। ਪਰਮਾਤਮਾ ਜੀ ਦਾ ਮਾਤਾ ਪਿਤਾ ਕੋਈ ਨਹੀਂ।
ना तिस मात पिता सुत बंध ना तिस कामना नारी अकुल निरंजन अपर परंपर सगली जोत तुम्हारी। सो अजूनी का भाव की है कि परमात्मा मेल ते फमेल के मिलाप तो पैदा नहीं होया। सै भंग वो सुते प्रकाश अपने आप तो आजाद हस्ती है। सै भंग सुते प्रकाश भाव अपने आप के विचों आप ही पैदा होता है। क्यों कहा जा सकता है कि परमात्मा अपनी माता आप है। पाश्चात्य खेड है ना, परमात्मा अपनी माता आप है, अपने आप के विचों आप ही प्रगट होता है। इस करके भगत नामदेव जी महाराज को जो अनुभव खोलिया तो पता की कहते, धन धन तू माता देवकी। इत्थे रब दे प्यारे वर्तमान में वेख रहे होंगे, भगत जी किसी बीते की गल नहीं कर रहे, भाव के दुनिया का भलेखा दूर कर रहे हैं। भी पुजारी लोग तो कहते हैं भी माता देवकी की कुख तो भगवान का जन्म हो गया। भगत नामदेव जी कहते अज पता लग गया तू आप ही अपनी माता देवकी है, तू आप ही अपने विचों आप पैदा होता है, तेन कोई नहीं पैदा कर सकता, तू अपनी माता आप ही है। उसे गहरा इशारा दे दिता, क्योंकि रब के प्यारे साक्षात वेखते हैं। इसी करके कहा संतन की सुन साची साखी सो बोले जो देखे हैं आखी। सतपुरुषों की सच्ची सिक्ख्या को सुना वो कहते हैं जो उन्होंने प्रत्यक्ष वेख्या होंगे है। हम भगत नामदेव जी महाराज से प्रत्यक्ष वेख रहे तू मां पता लगे धन धन तू माता देवकी, तू आप ही अपनी माता को अपने घरे आप ही पैदा होने, आप ही अपना पसारा करते, अपनी माया आप पसारी आपे देखनहारा, नाना रूप धरे बहुरंगी सब तेरा है न्यारा। चलो इस ज्ञान को समझिए ताकि सह भंग का समझ लेना सारे ने। सुते प्रकाश भाव अपने आप के विचों आप ही प्रगट होता है, वो अपनी माता आप ही है। गुर प्रसाद वो अपनी कृपा द्वारा अपना ज्ञान देता है। सभी का थेरी है गुरु की कृपा ना मिलता है। आदि गुरु कौन है? परमात्मा। प्रसाद के दते हुशियारी है कृपा द्वारा, अपनी कृपा द्वारा आप अपना ज्ञान देता है, क्योंकि वो आदि गुरु परमात्मा है। वो ज्ञान गुरु नानक बाबा जी को आया, उन्होंने आपको दे दिता। इस करके कहते हैं ना, जैसी मैं आवे खासम की बानी तैसा करी ज्ञान वेला। तो गुरु नानक बाबा जी कहते साडी देह का एक वसीला है, ये बानी का मालक परमात्मा तो आ रही है। जिवें सूरज दी किरणा सूरज तो आउंदियां, परमात्मा जी का ज्ञान परमात्मा तो ही होंदा है। अपरंपर पार ब्रह्म परमेश्वर नानक गुर मिलिया सोई। इस करके जो गुरबाणी है ये मानो परमात्मा के बोल। गुरु नानक बाबा जी कहते साडी देह एक वसीला है। जिवें रेडियो स्टेशन तो प्रोग्राम होंदा है, रेडियो का एक वसीला होंदा है, उन्होंने प्रगट करना। सो आपां नूं ज्ञान गुरु नानक बाबा जी तो मिलिया है, भुल ना जाओ। पर आदि गुरु परमात्मा है, वो ज्ञान आया कित्थों? आदि गुरु परमात्मा को आया। इस करके आदि गुरु परमात्मा अपनी कृपा द्वारा अपना ज्ञान दिंदा है, ये ਉਹਦਾ गुण है। सो ये गुरु नानक बाबा जी ने अपना परमात्मा बारे दस्या। सो परमात्मा एक है तो एक रस व्यापक है, उस तो बिना दूजी कोई शक्ति नहीं दृढ़ कर लेगी। एक का की अर्थ है? सर्वम साचा एक है, दूजा ना ही कोई। सो अज ये गल असीं दृढ़ कर लईए अपने मन के विच, सारे वहम भरम खत्म हो सकते इत्थे बैठे। जे वचन साडी सोच में दृढ़ हो जाए, साडी सोच मंडल का हिस्सा बन जाए, एक परमात्मा तो बिना दूजी कोई शक्ति नहीं। एक गल कह देवां, भलेखा जिथे पैंदा है जो गुरु नानक बाबा जी कोई हवाला देते रहे ना, तो ये हवाले को ही गुरमत मान लेते हैं। किस तरह जो गुरु बाबा जी हवाला देते हैं भी आम दुनिया च गल प्रचलित है, एक संसारी एक भंडारी एक लाए दीवान। हुण ये गुरु नानक बाबा जी उपदेश नहीं दे रहे, हवाला दे रहे हैं। ये गुरमत नहीं भी एक संसारी एक भंडारी एक लाए दीवान। गुरमत की है? सर्वम साचा एक है, दूजा ना ही कोई। गुरु बाबा जी कहते गल ये संसार में फैलाई हुई है पुजारी ने भी एक साजदा है, एक पालदा है, एक मारदा है। ब्रह्मा विष्णु महेश की तिकड़ी कहते हैं ना। गुरु बाबा जी कहते ये दुनिया च गल फैली है, भावे हवाला दिता है। पर सच की है? जिव ते सुभाव है तिवें चलावै, जिव होवै प्रमाण। सच ये है जिवें परमात्मा जी नूं भाउंदा है, अपनी साजी सृष्टि नूं उवें ही चलाउंदा है। जिव ते सुभाव है तिवें चलावै, जिव होवै प्रमाण। सब कुछ उवें ही हुंदा है जिस तरह उस एक परमात्मा का हुक्म हुंदा है।
ਸੋ ਪਹਿਲਾਂ ਤਿੱਕੜੀ ਦਾ ਹਵਾਲਾ ਦੇ ਕੇ ਅਗਲੀ ਪੰਕਤੀ ਵਿੱਚ ਗੁਰੂ ਜੀ ਨੇ ਇਸ ਤਿੱਕੜੀ ਨੂੰ ਰੱਦ ਕਰ ਦਿੱਤਾ। ਯਾਦ ਰੱਖੋ, ਗੁਰੂ ਦੇ ਵਚਨਾਂ 'ਚ ਕਿਤੇ ਵੀ ਵਿਰੋਧਾਭਾਸ ਨਹੀਂ ਹੁੰਦਾ, ਅੰਤਰ ਵਿਰੋਧ ਕਹਿ ਲਓ, ਸੈਲਫ ਕੰਟਰਾਡਿਕਸ਼ਨ। ਗੁਰੂ ਬਾਬਾ ਜੀ ਨੇ ਕਹਿ ਦਿੱਤਾ ਦੂਜਾ ਨਾ ਹੀ ਕੋਈ। ਕਈ ਕੱਚੇ ਪ੍ਰਚਾਰਕ ਅਰਥ ਕਰ ਦਿੰਦੇ ਨੇ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਐ ਬ੍ਰਹਮਾ ਸਾਜਦਾ, ਵਿਸ਼ਨੂੰ ਪਾਲਦਾ, ਸਿੱਧੀ ਮਾਰਦਾ। ਇਹ ਤਾਂ ਗੁਰੂ ਨਾਨਕ ਬਾਬਾ ਜੀ ਦੀ ਨਿੰਦਾ ਹੋ ਗਈ ਜਿਹਨੇ ਅਰਥ ਕਰਤਾ, ਕਿਉਂਕਿ ਗੁਰੂ ਬਾਬਾ ਜੀ ਤਾਂ ਕਹਿੰਦੇ ਦੂਜਾ ਨਾ ਹੀ ਕੋਈ। ਜੇ ਇੱਥੇ ਇਹ ਅਰਥ ਕਰਤਾ ਵੀ ਗੁਰੂ ਬਾਬਾ ਜੀ ਕਹਿੰਦੇ ਨੇ ਤਿੰਨ ਨੇ, ਇਹ ਤਾਂ ਗੁਰੂ ਬਾਬਾ ਜੀ ਦੀ ਨਿੰਦਾ ਹੋ ਗਈ ਨਾ। ਫਿਰ ਤਾਂ ਹੀ ਲੱਗੂ ਨਾ ਵੀ ਗੁਰੂ ਬਾਬਾ ਜੀ ਨੂੰ ਪੱਕਾ ਨਹੀਂ ਪਤਾ, ਕਦੇ ਬਾਬਾ ਇੱਕ ਕਹਿ ਦਿੰਦਾ ਹੈ, ਕਦੇ ਬਾਬਾ ਤਿੰਨ ਕਹਿ ਦਿੰਦਾ ਹੈ। ਦੋਸ਼ ਆ ਗਿਆ ਨਾ ਗੁਰੂ ਤੇ ਫਿਰ ਤਾਂ। ਸੋ ਗੁਰੂ ਦੇ ਵਚਨਾਂ ਵਿੱਚ ਕਿਤੇ ਅੰਤਰ ਵਿਰੋਧ ਨਹੀਂ ਹੁੰਦਾ, ਬਰੀਕ ਗੱਲ ਨੂੰ ਨੋਟ ਕਰਨ ਦੀ ਕਿਰਪਾ ਕਰੋ। ਇਸ ਕਰਕੇ ਗੁਰਮਤਿ ਕੀ ਕਹਿ ਰਹੀ ਹੈ, ਇੱਕੋ ਪਰਮਾਤਮਾ ਬਸ, ਉਹੀ ਕਰਤਾ ਹੈ, ਉਹੀ ਦਾਤਾ ਹੈ, ਉਸੇ ਦੇ ਹੁਕਮ ਦੇ ਵਿੱਚ ਹੀ ਜਨਮ ਮਰਨ ਹੈ। ਆਸਾ ਜੀ ਦੀ ਬਾਤ ਦੀ ਪਹਿਲੀ ਪੌੜੀ 'ਚ ਗੁਰੂ ਬਾਬਾ ਜੀ ਨੇ ਵਿਆਖਿਆ ਵੀ ਕਰ ਦਿੱਤੀ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ। ਕਰ ਆਸਣ ਡਿਠੋ ਚਾਓ, ਦਾਤਾ ਕਰਤਾ ਆਪ ਨੂੰ, ਤੁਸ ਦੇਵਹਿ ਕਹੈ ਫਸਾਓ। ਤੂੰ ਜਾਣੋ ਕਿ ਸਭ ਸਹਿ ਦੇ ਲੈਸੇ ਜਿੰਦ ਕਵਾਓ। ਕਰ ਆਸਣ ਡਿਠੋ ਚਾਓ। ਉਸ ਮਾਲਕ ਪ੍ਰਮਾਤਮਾ ਨੇ ਪਹਿਲਾਂ ਤਾਂ ਆਪਣੇ ਆਪ ਨੂੰ ਆਪ ਹੀ ਸਾਜਿਆ, ਆਪਣੇ ਆਪ ਨੂੰ ਆਪ ਹੀ ਉਹ ਸਾਜਦਾ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ। ਕਰ ਆਸਣ ਡਿਠੋ ਚਾਓ, ਆਪ ਹੀ ਕੁਦਰਤ ਸਾਜੀ, ਆਪ ਹੀ ਵਿੱਚ ਅਸਥਿਤ ਹੋ ਕੇ ਆਪ ਹੀ ਆਪਣੇ ਪਸਾਰੇ ਨੂੰ ਵੇਖ ਰਿਹਾ ਹੈ। ਦਾਤਾ ਕਰਤਾ ਆਪ ਤੂੰ, ਕਰਤਾ ਰਚਨਹਾਰ ਵੀ ਤੂੰ ਆਪ ਹੀ ਹੈ ਤੇ ਰਚਨਾ ਦਾ ਦਾਤਾ ਵੀ ਤੂੰ ਆਪ ਹੀ ਹੈ। ਉਸ ਪਰਮਾਤਮਾ ਨੇ ਕਿਸੇ ਨੂੰ ਕੋਈ ਖਜ਼ਾਨਾ ਮੰਤਰੀ ਨਹੀਂ ਬਣਾਇਆ। ਕਹਿੰਦੇ ਜੀ ਖਜ਼ਾਨਾ ਮੰਤਰੀ ਬਣਾਤਾ ਵਿਸ਼ਨੂੰ, ਨਹੀਂ ਭਾਈ, ਉਹ ਤਾਂ ਆਪ ਹੀ ਦਾਤਾ ਹੈ। ਸਭਨਾ ਜੀਆਂ ਦਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੱਕੋ ਹੀ ਦਾਤਾ ਸਾਰੇ ਜੀਵਾਂ ਦਾ, ਉਹ ਮੈਨੂੰ ਭੁੱਲੇ ਨਾ। ਖਜ਼ਾਨਾ ਮੰਤਰੀ ਉਹਨੇ ਕੋਈ ਨਹੀਂ ਬਣਾਇਆ, ਉਹ ਆਪ ਹੀ ਦਾਤਾ ਹੈ, ਆਪ ਹੀ ਕਰਤਾ ਹੈ। ਦਾਤਾ ਕਰਤਾ ਆਪ ਤੋਂ, ਤੁਸ ਦੇਵਹਿ ਕਰੇ ਫਸਾਓ। ਤੂੰ ਆਪ ਹੀ ਆਪਣੀ ਕਿਰਪਾ ਕਰਕੇ, ਆਪਣੀ ਬਖਸ਼ਿਸ਼ ਕਰਕੇ ਆਪ ਹੀ ਸਭ ਕੁਝ ਦਿੰਦਾ ਹੈ। ਤੂੰ ਜਾਣੋ ਵੀ ਸਭ ਸਹਿ ਦੇ ਲੈਸੇ ਹੀ ਜਿੰਦ ਕਵਾਓ। ਤੂੰ ਸਾਰਿਆਂ ਦੇ ਅੰਦਰ ਨੂੰ ਜਾਣਦਾ, ਤੂੰ ਆਪ ਹੀ ਜਿੰਦ ਲੈਂਦਾ ਹੈ, ਆਪ ਹੀ ਦਿੰਦਾ ਹੈ ਆਪਣੇ ਹੁਕਮ ਦੇ ਵਿੱਚ। ਜੰਮਣ ਮਾਰਨਾ ਹੁਕਮ ਹੈ, ਭਾਣੇ ਆਵੇ ਜਾਏ। ਸਿਵ ਜੀ ਕਿਸੇ ਨੂੰ ਨਹੀਂ ਮਾਰਦਾ, ਕਿਉਂਕਿ ਇਹ ਕਹਿੰਦੇ ਨਾ ਸਿਵ ਜੀ ਕੋਲੇ ਮੌਤ ਦਾ ਮਹਿਕਮਾ ਨਹੀਂ, ਗੁਰਮਤਿ ਨਹੀਂ ਗੱਲ ਮੰਨਦੀ। ਜੰਮਣ ਮਰਨਾ ਵੀ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ। ਜੇ ਸਿਵ ਜੀ ਕੋਲੇ ਮੌਤ ਦੇ ਬਰੰਟ ਕੱਢਣ ਦਾ ਮਹਿਕਮਾ ਹੁੰਦਾ ਤਾਂ ਜਦੋਂ ਔਰੰਗਜ਼ੇਬ ਮੰਦਰ ਢਾਉਂਦਾ ਸੀ, ਸਿਵ ਜੀ ਨਾਲ ਦੀ ਨਾਲ ਬਰੰਟ ਕੱਢ ਹੁੰਦਾ ਮੌਤ ਦੇ। ਔਰੰਗਜ਼ੇਬ ਦੇ ਤਾਂ ਕਹਿਣਾ ਪੈਂਦਾ ਨਾ, ਨਾਲ ਦੀ ਮੌਤ ਦੇ ਬਰੰਟ ਕੱਢ ਹੁੰਦਾ। ਨਹੀਂ ਭਾਈ, ਹੁਣ ਦੇਖੋ ਦਾਸ ਨਹੀਂ ਮੰਨਦਾ ਸਿਵ ਜੀ ਵਰਗਿਆਂ ਨੂੰ। ਜੇ ਸਿਵ ਜੀ ਕੋਲੇ ਮੌਤ ਦਾ ਮਹਿਕਮਾ ਹੁੰਦਾ ਤੇ ਮੇਰੇ ਤਾਂ ਜਦੋਂ 15 ਸਾਲ ਪਹਿਲਾਂ ਹੀ ਮੌਤ ਦੇ ਬਰੰਟ ਕੱਢ ਹੁੰਦਾ ਸਿਵ ਜੀ। ਤੁਸੀਂ ਕਾਪੀਆਂ ਪੈਂਦੀਆਂ ਨਾ ਗੱਲਾਂ ਇਹ। ਸੋ ਕਹਿਣ ਦਾ ਭਾਵ ਇੱਥੇ ਦੂਜਾ ਕੋਈ ਨਹੀਂ, ਆਪਾਂ ਵਿਆਖਿਆ ਕਰ ਰਹੇ ਹਾਂ। ਸਰਵ ਸੱਚ ਹੈ, ਇੱਕ ਹੈ, ਦੂਜਾ ਨਹੀਂ ਕੋਈ। ਵਿਆਖਿਆ ਗੁਰਬਾਣੀ ਦੀ ਗੁਰਬਾਣੀ ਵਿੱਚੋਂ ਹੀ ਕਰ ਰਹੇ ਹਾਂ, ਕਿਉਂ ਗੁਰ ਕੀ ਬਾਣੀ ਗੁਰ ਤੇ ਜਾਤੀ, ਗੁਰੂ ਦੀ ਬਾਣੀ ਗੁਰੂ ਤੋਂ ਹੀ ਜਾਣੀ ਜਾਂਦੀ ਹੈ। ਇਸ ਕਰਕੇ ਦੇ ਲੈਸੇ ਹੀ ਜਿੰਦ ਕਵਾਓ, ਤੂੰ ਆਪਣੇ ਹੁਕਮ ਦੇ ਵਿੱਚ ਹੀ ਜਿੰਦ ਲੈਂਦਾ ਹੈ। ਕਰ ਆਸਣ ਡਿਠੋ ਚਾਓ, ਉਹ ਆਪਣੇ ਪਸਾਰੇ ਵਿੱਚ ਆਪ ਹੀ ਅਸਥਿਤ ਹੋ ਕੇ ਆਪਣੇ ਪਸਾਰੇ ਨੂੰ ਆਪ ਹੀ ਵੇਖ ਰਿਹਾ ਹੈ, ਦੂਜਾ ਇੱਥੇ ਕੋਈ ਨਹੀਂ। ਕਿਤੇ ਗੁਰਬਾਣੀ 'ਚ ਲਿਖਿਆ ਬੀਓ ਪੂਛਣਾ ਮਾਸਲ ਧਾਰੈ, ਜੋ ਕਿਛ ਕਰੈ ਸੋ ਆਪ ਹੀ ਕਰੈ। ਪਰਮਾਤਮਾ ਨੇ ਮਹਿਕਮਾ ਤੇ ਕਿਸੇ ਨੂੰ ਕੀ ਦੇਣਾ ਹੈ? ਕਹਿੰਦੇ ਪਰਮਾਤਮਾ ਨੇ ਤਾਂ ਸਲਾਹਕਾਰ ਵੀ ਕੋਈ ਨਹੀਂ ਰੱਖਿਆ। ਬੀਓ ਪੂਛਣਾ ਮਾਸਲ ਧਾਰੈ, ਪਰਮਾਤਮਾ ਕਿਸੇ ਦੂਜੇ ਨੂੰ ਪੁੱਛ ਕੇ ਕੋਈ ਸਲਾਹ ਮਸ਼ਵਰਾ ਨਹੀਂ ਕਰਦਾ। ਜੋ ਕਿਛ ਕਰੈ ਸੋ ਆਪ ਹੀ ਕਰੈ, ਜੋ ਕੁਝ ਪਰਮਾਤਮਾ ਕਰਦਾ ਹੈ ਆਪ ਹੀ ਕਰਦਾ ਹੈ। ਇਹ ਤਾਂ ਦੱਸਿਆ ਨਾ ਵੀ ਕੀ ਕਹਿੰਦੇ ਜੀ, ਹਾਂ ਜੀ ਅੱਗੇ ਮੰਤਰੀ ਬਣਾਤੇ ਜੀ ਇਹ ਸਿਵ ਜੀ ਹੋਰੀ, ਕਿ ਵਿਸ਼ਨੂੰ ਬ੍ਰਹਮਾ ਮਹਿਕਮੇ ਦੇ ਦਿੱਤੇ ਇਹਨਾਂ ਨੂੰ, ਕੋਈ ਮਹਿਕਮਾ ਕਿਸੇ ਨੂੰ ਨਹੀਂ ਦਿੱਤਾ। ਪੰਜਵੇਂ ਸਰੂਪ 'ਚ ਵੀ ਕਹਿੰਦੇ ਨੇ ਗੁਰੂ ਬਾਬਾ ਜੀ ਕਿ ਜੋ ਤੋਹਾ ਜੁਗਤ ਸਾਜਸਾਂ ਕਾਇਆ ਫਿਰ ਪਲਟੀ ਹੈ। ਪੰਜਵੇਂ ਸਰੂਪ 'ਚ ਫਿਰ ਦ੍ਰਿੜ ਪ੍ਰਾਤਾ ਕਾਰਨ ਕਾਰਨ ਪ੍ਰਭ ਇੱਕ ਹੈ, ਦੂਸਰ ਦੂਜੇ ਦਾ ਕਾਟਾ, ਦੂਸਰ ਕੋਈ ਨਹੀਂ। ਤਾਂ ਫਿਰ ਦੁਬਾਰੇ ਕਹਿੰਦੇ ਮਾਂ ਬਹੁਤਿਆਂ ਦਾ ਖਿਆਲ, ਜਾਨੀ ਕਿ ਇਹ ਹਾਲ ਹੈ, ਸਾਰਿਆਂ ਦਾ ਨਹੀਂ ਕਹਿੰਦਾ ਪਿਆਰ ਵਾਲੇ ਬੈਠੋ, ਬਹੁਤਿਆਂ ਦਾ ਹਾਲ ਇਹ ਹੈ ਜੀ ਬਾਣੀ ਪੜ੍ਹੀ ਜਾਂਦੀ ਹੈ, ਮਨ ਨਹੀਂ ਗੁਰੂ ਦੀ ਬਾਣੀ ਪੜ੍ਹਦਾ। ਮਨ ਬਾਣੀ ਤੋਂ ਉਲਟ ਬੋਲੀ ਜਾਂਦਾ। ਫਿਰ ਕਹਾ ਨਾ ਜੀ ਪੜ੍ਹਦੀ ਹੈ ਕਾਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਮਨ ਕੀ ਪੜ੍ਹੀ ਜਾਂਦਾ, ਸਾਰਾ ਕੁਛ ਹੀ ਹੈਗਾ। ਆਹ ਚੱਕਰ ਹੈ, ਮਨ 'ਚ ਨਹੀਂ ਜਾਂਦੀ ਗੁਰੂ ਦੀ ਬਾਣੀ।
ਮਨ ਨਹੀਂ ਕਹਿੰਦਾ ਵੀ ਹਾਂ ਬਾਬਾ ਜੀ ਸੱਤ ਕਹਿੰਦਾ ਦੂਜਾ ਕੋਈ ਨਹੀਂ। ਚੰਦਰਾ ਮਨ ਨਹੀਂ ਕਹਿੰਦਾ ਸਾਰਾ ਕੁਛ ਹੀ ਹੈਗਾ, ਇਹ ਤਾਂ ਸਾਰ ਹੀ ਹੈ, ਐਵੇਂ ਤਾਂ ਨਹੀਂ ਗੱਲਾਂ ਬਣਾਈਆਂ ਆਈ ਕਹਿੰਦੀ ਨਾ ਦੁਨੀਆ ਨਾ। ਦੂਜੀ ਚੀਜ਼ ਕੋਈ ਨਹੀਂ, ਦੂਜੀ ਚੀਜ਼ ਹੀ ਇੱਥੇ ਕੋਈ ਨਹੀਂ, ਬਾਕੀ ਤਾਂ ਸਭ ਲੁੱਟ ਜਾ ਰਿਹਾ ਧਰਮ ਦੇ ਨਾਂ ਤੇ। ਇੱਕੋ ਹੀ ਪਰਮਾਤਮਾ ਵਾਸਤੇ ਦ੍ਰਿੜ ਕਰਨ ਦੀ ਕੋਸ਼ਿਸ਼ ਕਰੋ। ਅੱਜ ਪ੍ਰਕਾਸ਼ ਪੁਰਬ ਦੇ ਉੱਤੇ ਜੇ ਗੁਰੂ ਦੇ ਦਰਸ਼ਨ ਨੇ ਸਾਨੂੰ ਦ੍ਰਿੜ ਕਰਾਤਾ ਨਾ ਇੱਕੋ ਹੀ ਪਰਮਾਤਮਾ। ਸੋ ਇੱਕ ਤਾਂ ਆਪਾਂ ਸਮਝ ਲਿਆ ਇੱਥੋਂ ਪਹਿਲੀ ਪੌੜੀ ਤੋਂ ਵੀ ਕੋਈ ਪਰਮਾਤਮਾ ਦੂਜਾ ਕੋਈ ਨਹੀਂ, ਉਹ ਹਵਾਲਾ ਹੈ ਨਾ ਪ੍ਰਯੁਗ ਸੰਸਾਰੀ ਭੰਡਾਰੀ ਕਲਾਈ ਦੀਵਾਨ। ਵੀ ਇਹ ਗੱਲ ਪ੍ਰਚਾਰਤ ਹੈ ਹਵਾਲਾ ਦੇ ਕੇ। ਪਹਿਲਾਂ ਗੁਰੂ ਨੇ ਹਵਾਲਾ ਦੇਤਾ, ਅਗਲੀ ਪੰਕਤੀ ਚ ਤਾਂ ਨਾਮ ਰੱਦ ਕਰਤਾ, ਜਿਵੇਂ ਕਿ ਸੁਭਾਅ ਹੈ ਤੇ ਵਿੱਚ ਚਲਾਦਾ ਜੋ ਹੋਇਆ ਪ੍ਰਮਾਣ। ਹੋਰ ਪ੍ਰਮਾਣ ਲੈ ਲਓ, ਕਿਤੇ ਆਪਾਂ ਨਿਤ ਜਪਜੀ ਸਾਹਿਬ ਪੜ੍ਹਦੇ ਹਾਂ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਕੀ ਕਹਿੰਦੇ? ਬਸ ਮੇਰੇ ਵਾਸਤੇ ਤਾਂ ਆਪਾਂ ਨੂੰ ਸਮਝਾਉਂਦੇ ਨਾ ਨਾਲ ਵੀ ਗੁਰੂ ਪਰਮਾਤਮਾ ਹੀ ਮੇਰਾ ਬ੍ਰਹਮਾ ਹੈ, ਗੁਰੂ ਪਰਮਾਤਮਾ ਹੀ ਮੇਰਾ ਸਿਵ ਜੀ ਹੈ, ਗੁਰੂ ਪਰਮਾਤਮਾ ਹੀ ਮੇਰਾ ਵਿਸ਼ਨੂੰ ਹੈ, ਗੁਰੂ ਪਰਮਾਤਮਾ ਹੀ ਮੇਰੀ ਪਾਰਵਤੀ ਮਾਈ ਹੈ। ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ, ਬਸ ਦੂਜਾ ਕੋਈ ਨਹੀਂ। ਇਹ ਸਾਨੂੰ ਦ੍ਰਿੜ ਕਰਾਉਣ ਵਾਸਤੇ, ਸਮਝਾਉਣ ਵਾਸਤੇ ਗੱਲ ਵੀ ਹੋਰ ਦੂਜਾ ਤਾਂ ਕੋਈ ਹੈ ਹੀ ਨਹੀਂ ਨਾ, ਬਸ ਸਾਰਾ ਕੁਝ ਕੋਈ ਪਰਮਾਤਮਾ ਉਹ ਆਪ ਹੀ ਹੈ ਸਾਰਾ ਕੁਝ, ਦੂਜੀ ਤਾਂ ਚੀਜ਼ ਹੀ ਕੋਈ ਨਹੀਂ। ਇਹਦਾ ਦ੍ਰਿੜ ਕਰ ਲਓ। ਕਈਆਂ ਨੂੰ ਭੁਲੇਖਾ ਪੈ ਜਾਂਦਾ ਆਸਾ ਦੀ ਵਾਰ ਦੇ ਵਿੱਚ ਇੱਕ ਸ਼ਲੋਕ ਤੋਂ, ਉਹ ਭੁਲੇਖੇ ਦੂਰ ਕਰ ਦੇਵਾਂ। ਕਈ ਜਾਣੀ ਕਿ ਪ੍ਰਕਰਨ ਦੇ ਮੁਤਾਬਕ ਅਰਥ ਹੁੰਦਾ ਹੈ, ਕਈ ਪੂਰਾ ਪ੍ਰਕਰਨ ਤਾਂ ਸਮਝਦੇ ਨਹੀਂ, ਵਿੱਚੋਂ ਪੰਕਤੀਆਂ ਛਾਂਟ ਕੇ ਸੁਣਾ ਦਿੰਦੇ। ਆਹ ਦੇਖੋ ਜੀ ਦੇਵਤੇ ਮੰਨੇ ਆ ਜੀ ਬਾਣੀ ਨੇ, ਅੰਨ ਦੇਵਤਾ, ਪਾਣੀ ਦੇਵਤਾ, ਰਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਘਿਰਤ, ਤਾਂ ਹੋਆ ਪਾਕ ਪਵਿੱਤ। ਇੰਨੀਆਂ ਪੰਕਤੀਆਂ ਪੜ੍ਹ ਕੇ ਕਹਿੰਦੇ ਦੇਖੋ ਜੀ ਆਹ ਦੇਵਤੇ ਮੰਨੇ ਬਾਣੀ ਨੇ। ਉਹ ਪੜ੍ਹਿਓ, ਏਦਾਂ ਨਹੀਂ ਅਰਥ ਹੁੰਦੇ ਗੁਰਬਾਣੀ ਦੇ। ਪੰਕਤੀਆਂ ਛਾਂਟ ਕੇ ਅਨਰਥ ਹੋ ਜਾਂਦਾ ਹੈ, ਪੂਰਾ ਪ੍ਰਕਰਨ ਸਮਝਣਾ ਪੈਂਦਾ ਵੀ ਇੱਥੇ ਪ੍ਰਕਰਨ ਕੀ ਕਰ ਰਿਹਾ ਹੈ। ਇਹ ਗੁਰੂ ਨਾਨਕ ਬਾਬਾ ਜੀ ਜਾਨੀ ਕਿ ਪੰਡਤ ਨੂੰ ਕਹਿ ਰਹੇ ਹੈ, ਜਿਹੜਾ ਇਹਨਾਂ ਚੀਜ਼ਾਂ ਨੂੰ ਦੇਵਤੇ ਮੰਨਦਾ ਹੈ ਕਿ ਉਹਦੇ ਤੇ ਸਖਤ ਕਟਾਕਸ਼ ਕਰ ਰਹੇ ਹੈ। ਪਿੱਛੋਂ ਤੋਂ ਪੜ੍ਹ ਕੇ ਦੇਖੋ ਕੀ ਲਿਖਿਆ ਹੈ, ਪਿੱਛੋਂ ਤੋਂ ਪੜ੍ਹੋ। ਪਹਿਲਾ ਸੋਚਾ ਆਪ ਹੋਏ, ਸੋਚਿਆ ਬੈਠਾ ਆਏ, ਸੋਚਿਆ ਅੱਗੇ ਰੱਖਿਓ ਕੋਈ ਨਾ ਘਟਿਓ ਜਾਏ, ਸੋਚਾ ਹੋਏਗਾ ਜੀਵਿਆ ਲੱਗਾ ਪੜ੍ਹਨਾ ਸੋ ਬਹੁਤ ਹੀ ਜਾਈ ਛੱਡਿਆ ਕਿਸੇ ਲੱਗਾ ਦੋਖ। ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਘਿਰਤ, ਤਾਂ ਹੋਆ ਪਾਕ ਬਿਰਤ, ਪਾਪੀ ਸੁੰਤਨ ਗੱਡਿਆ ਤੁਕਾਂ ਪਈਆਂ ਤਿਰਤ। ਜਿਤ ਮੁਖ ਨਾਮ ਨਾ ਉਚਰਹਿ, ਬਿਨ ਨਾਵੈ ਰਸ ਖਾਈ, ਨਾਨਕ ਏਵੈ ਜਾਣੀਏ, ਤਿਤ ਮੁਖ ਤੁਕਾਂ ਪਾਹੇ। ਗੁਰੂ ਬਾਬਾ ਜੀ ਕਹਿੰਦੇ ਜੀ ਤੂੰ ਸੁੱਚਾ ਹੋ ਕੇ ਬੈਠਦਾ ਹੈ, ਇਹ ਸ਼ਬਦ ਤੋਂ ਪਹਿਲਾਂ ਸ਼ਲੋਕ ਪੜ੍ਹਦਾ ਹੈ, ਬੜਾ ਕਰਦਾ ਹੈ ਵੀ ਤੂੰ ਕਹਿਣਾ। ਉਹ ਕੀ ਹੈ ਵੀ ਤੂੰ ਕਹਿਣਾ, ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਤੂੰ ਕਹਿਣਾ। ਤੂੰ ਇਹ ਠੀਕ ਹੈ, ਖਾਣ ਪੀਣ ਵਾਲੀਆਂ ਚੀਜ਼ਾਂ ਹੈ, ਸਰੀਰ ਦੀ ਲੋੜ ਆ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਪਰ ਤੂੰ ਹਰ ਚੀਜ਼ ਨੂੰ ਦੇਵਤਾ ਬਣਾ ਕੇ ਰੱਖ ਦਿੰਦਾ। ਤੂੰ ਕਹਿਣਾ ਦੇਵਤੇ ਹੈ, ਫਿਰ ਆਏਂ ਦੱਸ ਪੰਡਤ ਜੀ, ਤੂੰ ਇਹਨਾਂ ਦੇਵਤਿਆਂ ਨੂੰ ਤੂੰ ਪੇਟ ਦੀ ਬਹੁਤ ਹੀ ਥਾਂ ਦੇ ਵਿੱਚ ਪਾ ਲਿਆ, ਪੇਟ ਵਿੱਚ ਪਾ ਕੇ ਬਹੁਤ ਹੀ ਜਾਈ ਛੱਡਿਆ ਕਿਸੇ ਲੱਗਾ ਦੋਖ। ਤੂੰ ਆਪਣੇ ਪੇਟ ਦੀ ਬਹੁਤ ਹੀ ਥਾਂ ਦੇ ਵਿੱਚ ਇਹਨਾਂ ਦੇਵਤਿਆਂ ਨੂੰ ਸੁੱਟ ਦਿੱਤਾ। ਆਏਂ ਦੱਸ ਕੇ ਦੇਵਤਿਆਂ ਨੂੰ ਗੰਦੇ ਕਰਨ ਦਾ ਦੋਸ਼ ਕਿਹਨੂੰ ਲੱਗੂਗਾ? ਗੁਰੂ ਸਤਿਨਾਮ ਇਹਦਾ ਸੰਕਟ ਰਾਖਸ਼ ਹੈ। ਤੂੰ ਕਹਿਣਾ ਨਾ ਦੇਵਤੇ ਹੈ, ਕਿ ਐਂ ਦੱਸ ਵੀ ਨਾ ਦੇਵਤਿਆਂ ਨੂੰ ਗੰਦੀ ਥਾਂ ਤੇ ਸੁੱਟਣ ਦਾ ਦੋਸ਼ ਕਿਹਨੂੰ ਲੱਗੂ? ਤੈਨੂੰ ਹੀ ਲੱਗੂਗਾ ਭਾਵ, ਤੂੰ ਕਹਿਣਾ ਦੇਵਤੇ ਹੈ। ਕਿ ਇਹ ਦੇਵਤਿਆਂ ਦਾ ਮੱਥਾ ਟੇਕ ਲਿਆ ਤਾਂ ਦੇਵਤਿਆਂ ਨੂੰ ਪੇਟ 'ਚ ਕਾਹਤੇ ਪਾਉਣਾ? ਪੇਟ 'ਚ ਦੇਵਤੇ ਕਾਹਤੇ ਪਾਉਣਾ ਹੈ? ਸੋ ਕਹਿਣ ਦਾ ਭਾਵ ਕੀ ਹੈ? ਇੱਕ ਕਟਾਕਸ਼ ਹੈ, ਇੱਕ ਕਟਾਕਸ਼ ਹੈ ਵੀ ਹਰ ਚੀਜ਼ ਨਾਲ ਤੂੰ ਦੇਵਤਾ ਜੋੜ ਦੇਣਾ। ਅੰਨ ਦੇਵਤਾ ਜੀ, ਪਾਣੀ ਦੇਵਤਾ ਜੀ, ਇਹ ਹੈ ਜੀ, ਵਾਹ ਜੀ, ਨਾ। ਇਸ ਕਰਕੇ ਇੱਦਾਂ ਅਸੀਂ ਪ੍ਰਕਰਨ ਮੁਤਾਬਕ ਕਹਿਣ ਦਾ ਭਾਵ ਸਮਝਣਾ ਹੈ ਕਿ ਇਹਨੇ ਹਵਾਲੇ ਤੁਹਾਨੂੰ ਤਾਂ ਦਿੱਤੇ ਹੈ ਵੀ ਤੁਸੀਂ ਗੁਰਬਾਣੀ 'ਚ ਜਿੱਥੇ ਮਰਜ਼ੀ ਪੜ੍ਹ ਲਓ, ਪੂਰੀ ਗੁਰਬਾਣੀ ਗੁਰਬਾਣੀ ਵਿੱਚ ਕਿਤੇ ਵੀ ਪਰਮਾਤਮਾ ਤੋਂ ਬਿਨਾਂ ਦੂਜੀ ਸ਼ਕਤੀ ਨੂੰ ਮਾਨਤਾ ਨਹੀਂ ਦਿੱਤੀ, ਰੱਦ ਕੀਤਾ ਹੋਇਆ ਸਭ ਨੂੰ। ਪੂਰੀ ਗੁਰਬਾਣੀ ਜੀ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਰੂਪ ਆ। ਆਹ ਗੱਲ ਦ੍ਰਿੜ ਕਰਨ ਦੀ ਲੋੜ ਹੈ। ਪੂਰੀ ਗੁਰਬਾਣੀ ਤੁਹਾਨੂੰ ਦੱਸੇ ਕੋਈ ਵੀ ਕਿਤੇ ਵੀ ਦੂਜੇ ਦੀ ਗੱਲ ਕੀਤੀ ਹੋਵੇ, ਦੂਜੇ ਨੂੰ ਰੱਦ ਕੀਤਾ ਗਿਆ। ਜਦੋਂ ਦੂਜੇ ਦਾ ਹਵਾਲਾ ਦਿੰਦੇ ਨੇ ਗੁਰੂ ਜੀ, ਉਦੋਂ ਕਈ ਹਵਾਲੇ ਵੀ ਗੁਰਮਤਿ ਸਮਝ ਜਾਂਦੇ ਹੈ। ਜਿਵੇਂ ਕਿ ਕਈ ਇਸ ਨੂੰ ਗੁਰਮਤਿ ਆਪਾਂ ਪਹਿਲਾਂ ਪੜ੍ਹ ਲਿਆ, ਇੱਕ ਸੰਸਾਰੀ, ਇੱਕ ਭੰਡਾਰੀ ਕਲਾਈ ਦੀਵਾਨ, ਇਹਨੂੰ ਗੁਰਮਤਿ ਮੰਨ ਲਾਉਂਦੇ ਨੇ। ਇਹ ਗੁਰਮਤਿ ਨਹੀਂ, ਇਹ ਗੁਰੂ ਜੀ ਨੇ ਹਵਾਲਾ ਦਿੱਤਾ। ਇਹਨਾਂ ਤਿੰਨਾਂ ਨੂੰ ਰੱਦ ਕਰਨ ਵਾਸਤੇ ਹਵਾਲਾ ਤਾਂ ਦੇਣੀ ਪਊ ਨਾ। ਪਹਿਲਾਂ ਹਵਾਲਾ ਦੇ ਕੇ ਫਿਰ ਸੱਚੀ ਗੱਲ ਦੱਸ ਕੇ ਤਿੱਕੜੀ ਦਾ ਭੋਗ ਪਾ ਦਿੱਤਾ। ਚਲੋ ਇਹ ਗੱਲ ਆਪਾਂ ਨੂੰ ਅੱਜ ਦ੍ਰਿੜ ਹੋ ਜਾਵੇ। ਪ੍ਰਕਾਸ਼ ਪੁਰਬ ਦੇ ਬਹੁਤ ਵੱਡੇ ਭਾਗ
कि ਅਸੀਂ ਇਹ ਗੱਲ ਸਮਝ ਜਾਈਏ ਕਿ ਕੋਈ ਪਰਮਾਤਮਾ ਹੈ ਤੇ ਸਾਰੇ ਵਹਿਮਾਂ ਭਰਮਾਂ ਪਖੰਡਾਂ ਤੋਂ ਸਾਡਾ ਖਹਿੜਾ ਛੁੱਟ ਸਕਦਾ ਹੈ ਜੇ ਅਸੀਂ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਸਮਝੀਏ। ਗੁਰੂ ਬਾਬਾ ਜੀ ਸਾਨੂੰ ਗੁਰਮਤਿ ਦੇ ਰਹੇ ਹੈ, ਜੇ ਅਸੀਂ ਗੁਰੂ ਦੀ ਗੁਰਮਤਿ ਨੂੰ ਸਮਝ ਲਈਏ, ਗੁਰੂ ਦੀ ਗੁਰਮਤਿ ਹੀ ਗੁਰੂ ਦਾ ਦਰਸ਼ਨ ਹੈ ਆਪਾਂ ਸਮਝ ਲਿਆ, ਤਾਂ ਸਾਡਾ ਜੀਵਨ ਹੈ ਜਿਹੜਾ ਇਹ ਮਹਾਨ ਬਣ ਸਕਦਾ ਹੈ, ਕਮਾਲ ਨਾਲ ਅਸੀਂ ਜੁੜ ਸਕਦੇ ਹਾਂ ਤੇ ਵਹਿਮਾਂ ਭਰਮਾਂ ਤੋਂ ਅਸੀਂ ਬਚ ਸਕਦੇ ਹਾਂ। ਕਿਉਂਕਿ ਇੱਥੋਂ ਤੱਕ ਇੱਕ ਪਰਮਾਤਮਾ ਦੀ ਗੱਲ ਆਪਾਂ ਉਧੜ ਹੋ ਗਈ, ਮੇਰਾ ਖਿਆਲ ਨਹੀਂ ਵੈਸਿਆ ਬਹੁਤ ਹੈ ਤੇ ਜੀ ਥੋੜੇ ਲਫ਼ਜ਼ਾਂ 'ਚ ਯਾਦ ਰੱਖਣਾ ਹੋਇਆ ਤੇ ਇਹਦੀ ਗੱਲ ਯਾਦ ਰੱਖ ਲਿਓ, ਸਰਵੰ ਸਾਚਾ ਏਕ ਹੈ ਦੂਜਾ ਨਹੀਂ ਕੋਈ। ਤੇ ਜੇ ਮਨ ਕਹਿੰਦਾ ਹੈਗਾ ਸਾਰਾ ਕੁਛ ਤਾਂ ਫਿਰ ਆਪਣੇ ਮਨ ਨੂੰ ਗੁਰੂ ਦੀ ਬਾਣੀ ਰਾਹੀਂ ਸਮਝਾਓ ਵੀ ਨਹੀਂ ਚੱਲ ਰਿਹਾ ਮਨਾ ਤੂੰ ਬੜਾ ਸਿਆਣਾ ਨਹੀਂ, ਗੁਰੂ ਜੀ ਸੱਤ ਕਹਿੰਦੇ ਆ। ਆਪਣੇ ਮਨ ਨੂੰ ਕਹਿਣਾ ਨਾ ਚੰਦਰਿਆ ਮਨਾ ਤੂੰ ਸਿਆਣਾ ਗੁਰੂ ਤੋਂ ਖਬਰਦਾਰ ਜੇ ਮੁੜ ਕੇ ਕਿਹਾ ਤਾਂ ਸਾਰਾ ਕੁਛ ਹੈਗਾ। ਆਪਣੇ ਮਨ ਨੂੰ ਕਹਿਣਾ ਨਾ ਚੇਤਨਾ ਅੰਦਰੋਂ ਕਹੀ ਜਾਂਦਾ ਰਹਿੰਦਾ ਹੈ ਕਿਉਂ ਲੋਜ਼ਾਰ ਨਹੀਂ ਹੈ। ਚਲੋ ਰਹੋ ਵਿਚਾਰ। ਇੱਕ ਨੁਕਤਾ ਤਾਂ ਸਮਝ ਲਿਆ ਆਪਾਂ ਗੁਰੂ ਦੇ ਦਰਸ਼ਨ ਤੋਂ। ਦੂਜਾ ਨੁਕਤਾ, ਪਹਿਲਾ ਨੁਕਤਾ ਜਿਹੜਾ ਹੋ ਗਿਆ ਆਪਾਂ ਨੂੰ ਪਰਮਾਤਮਾ ਇੱਕ ਹੈ, ਇੱਕ ਦਾ ਅਰਥ ਕੀ ਹੈ, ਉਹ ਤੋਂ ਬਿਨਾਂ ਦੂਜਾ ਕੋਈ ਨਹੀਂ। ਇੱਕ ਦਾ ਅਰਥ ਇਹ ਹੈ ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ। ਹਾਂਜੀ, ਅਗਲਾ ਨੁਕਤਾ ਇਹ ਹੈ ਕਿ ਗੁਰੂ ਬਾਬਾ ਜੀ ਕਹਿੰਦੇ ਮਨੁੱਖਤਾ ਇੱਕ ਹੈ। ਇਹ ਦੋ ਗੱਲਾਂ ਜਦੋਂ ਹੋ ਜਾਣ ਤਾਂ ਬਹੁਤ ਵੱਡੇ ਭਾਵ ਆਪਣੇ। ਪਹਿਲਾ ਨੁਕਤਾ ਪਰਮਾਤਮਾ ਇੱਕ, ਦੂਜਾ ਨੁਕਤਾ ਮਨੁੱਖਤਾ ਇੱਕ ਹੈ। ਜਿਹੜੇ ਮਨੁੱਖਤਾ ਨੂੰ ਜਾਤਾਂ ਗੋਤਾਂ ਵਰਨਾਂ ਮਾਝਮਾਂ ਦੇ ਵਿੱਚ ਵੰਡਦੇ ਹੈ, ਇਹ ਮਨੁੱਖਤਾ ਦੇ ਵੈਰੀ ਤਾਂ ਹੈਗੇ ਹੈ, ਇਹ ਧਰਮ ਦੇ ਵੀ ਵੈਰੀ ਹੈ, ਇਹ ਧਰਮ ਦੇ ਵੀ ਵੈਰੀ ਹੈ। ਸੋ ਜੇ ਪਰਮਾਤਮਾ ਇੱਕ ਹੈ ਤੇ ਮਨੁੱਖਤਾ ਵੀ ਇੱਕ ਹੈ। ਕਿਉਂ ਇੱਕ ਹੈ? ਗੁਰੂ ਬਾਬਾ ਜੀ ਕਹਿੰਦੇ ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਸਾਰਿਆਂ ਵਿੱਚ ਇੱਕੋ ਹੀ ਮਾਲਕ ਦੀ ਜੋਤ ਹੈ, ਇੱਕੋ ਹੀ ਮਾਲਕ ਦੀ ਜੋਤ ਹੈ। ਸਾਰਿਆਂ ਵਿੱਚ ਜੋਤ ਦੀ ਕੋਈ ਜਾਤ ਨਹੀਂ ਤੇ ਸਾਰਿਆਂ ਦਾ ਸਰੀਰ ਪੰਜ ਤੱਤ ਦਾ ਹੈ, ਮਿੱਟੀ ਪਾਣੀ ਹਵਾ ਅੱਗ ਆਕਾਸ਼। ਸੋ ਮਨੁੱਖਤਾ ਇੱਕ ਹੈ। ਕਿਉਂ? ਕਿਉਂਕਿ ਮਨੁੱਖਤਾ ਦੇ ਵਿੱਚ ਸਾਰਿਆਂ ਦੇ ਵਿੱਚ ਕਹਿ ਲਓ ਇੱਕ ਪਰਮਾਤਮਾ ਦੀ ਹੀ ਜੋਤ ਹੈ। ਇਸ ਕਰਕੇ ਗੁਰੂ ਬਾਬਾ ਜੀ ਨੇ ਕਿੰਨਾ ਮਹਾਨ ਇਨਕਲਾਬੀ ਵਚਨ ਕਿਹਾ, ਸੰਕ੍ਰਾਂਤੀਕਾਰੀ ਵਚਨ ਕਹਿ ਲਓ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀ ਅਨ, ਤਿੱਥੈ ਨਦਰ ਤੇਰੀ ਬਖਸ਼ੀਸ। ਇੱਕ ਮਹਾਨ ਇਨਕਲਾਬੀ ਵਚਨ। ਗੁਰੂ ਬਾਬਾ ਜੀ ਕਹਿੰਦੇ ਮੈਂ ਪੁਜਾਰੀਵਾਦ ਦੇ, ਬਾਹਮਣਵਾਦ ਦੇ ਲਤਾੜੇ ਹੋਏ ਲੋਕਾਂ ਦਾ ਸੰਗੀ ਸਾਥੀ ਹਾਂ। ਜੋ ਪੁਜਾਰੀਵਾਦ ਨੇ ਬ੍ਰਾਹਮਣ ਇਲਮ ਨੇ ਮਨੁੱਖਤਾ ਨੂੰ ਲਤਾੜਿਆ। ਬ੍ਰਾਹਮਣ ਇਲਮ ਦਾ ਅਰਥ ਹੁੰਦਾ ਪੁਜਾਰੀਵਾਦ। ਸਾਡਾ ਕਿਸੇ ਬਰਾਦਰੀ ਨਾਲ ਵਿਰੋਧ ਨਹੀਂ, ਦੱਸਣਾ ਪੈਂਦਾ ਨਾਲ ਕਿਉਂਕਿ 11 ਭੱਟ ਸਾਹਿਬਾਨ ਦਾ ਵੀ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ, ਜਿਨ੍ਹਾਂ ਦੀ ਉੱਚੀ ਸੁਰਤ ਹੈ, ਜਿਹੜੇ ਤੰਗ ਲਹਿਰਾਂ ਤੋਂ ਉੱਠੇ ਹੋਏ ਮਾਲਕ ਦਾ ਅਨੁਭਵ ਕਰਦੇ ਹੈ। ਭਗਤ ਜੈਦੇਵ, ਭਗਤ ਤਲੋਚਨ, ਭਗਤ ਬੇਨੀ, ਭਗਤ ਪਰਮਾਨੰਦ ਆਦਿ ਦਾ ਵੀ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ। ਪਰ ਇਹ ਪਰਮਾਤਮਾ ਨਾਲ ਜੁੜੇ ਸੱਚੇ ਭਗਤ ਹੈ ਕਿ ਉਹਨਾਂ ਦੀ ਸੱਚੀ ਬਾਣੀ ਦੱਸਦੇ ਹੈ। ਸੋ ਇਹ ਦੱਸਣ ਦਾ ਭਾਵ ਹੈ ਤਾਂ ਕਿ ਸਰੋਤਿਆਂ ਵਿੱਚ ਕਿਸੇ ਨੂੰ ਕੋਈ ਸ਼ੰਕਾ ਨਾ ਪਵੇ, ਕੋਈ ਕਨਫਿਊਜ਼ਨ ਨਾ ਹੋ ਜਾਵੇ, ਕੋਈ ਮਵਾਲਤਾ ਨਾ ਹੋ ਜਾਵੇ। ਇੱਕ ਪੁਜਾਰੀ ਹੈ ਜਿਹੜਾ ਆਪਣੀ ਪੂਜਾ ਭੇਟਾਂ ਨੂੰ ਮੁੱਖ ਰੱਖ ਕੇ ਐਵੇਂ ਧਰਮ ਦੇ ਨਾਂ ਤੇ ਪਖੰਡ ਫੈਲਾਉਂਦਾ ਰਹਿੰਦਾ, ਕੋਈ ਅਨੁਭਵ ਨਹੀਂ, ਕੋਈ ਪਰਮਾਤਮਾ ਦਾ ਭੈ ਨਹੀਂ, ਐਵੇਂ ਲੋਕਾਂ ਨੂੰ ਲੁੱਟਣ ਵਾਸਤੇ ਗੱਲਾਂ ਕਰਦਾ ਰਹਿੰਦਾ। ਸੋ ਇਸ ਕਰਕੇ ਇਹ ਪੁਜਾਰੀਵਾਦ ਦੇ ਲਤਾੜੇ ਹੋਏ ਲੋਕ ਜਿਹਨਾਂ ਨੂੰ ਨੀਚ ਨੀਚ ਕਹਿ ਕੇ, ਸ਼ੂਦਰ ਕਹਿ ਕੇ ਦੁਰਕਾਰ ਦਿੱਤਾ ਗਿਆ, ਲਤਾੜ ਦਿੱਤਾ ਗਿਆ। ਗੁਰੂ ਬਾਬਾ ਜੀ ਕਹਿੰਦੇ ਮੈਂ ਲਤਾੜੇ ਹੋਏ ਲੋਕਾਂ ਦਾ ਸੰਗੀ ਸਾਥੀ ਹਾਂ। ਤੇ ਪਦਵੀਆਂ ਜਾਣੀ ਕਿ ਉਹਨਾਂ ਦੇ ਵਿੱਚ ਦਰਜਾਬੰਦੀ ਵੀ ਕਰ ਦਿੱਤੀ। ਕਿਸੇ ਨੂੰ ਕਹਿੰਦੇ ਨੀਚ ਹੈ, ਕਹਿੰਦੇ ਇਹ ਉਸ ਤੋਂ ਵੱਧ ਨੀਚ ਹੈ, ਇਹ ਉਸ ਤੋਂ ਵੱਧ ਨੀਚ ਹੈ, ਇਹ ਉਸ ਤੋਂ ਵੀ ਵੱਧ ਨੀਚ ਹੈ। ਇਹ ਤਾਂ ਨੀਚਾਂ ਦੇ ਵਿੱਚ ਵੀ ਦਰਜਾਬੰਦੀ ਕਰ ਦਿੱਤੀ ਤਾਂ ਕਿ ਲੋਕ ਵੀ ਆਪਸ ਵਿੱਚ ਲੜਦੇ ਰਹਿਣ। ਇਹ ਕਹਿੰਦੇ ਨੇ ਵੀ ਮੈਂ ਘੱਟ ਨੀਚ ਹੈ, ਤੂੰ ਇੱਥੋਂ ਵੱਧ ਨੀਚ ਹੈ, ਉਹ ਕਹੇ ਤੂੰ ਇੱਥੋਂ ਵੱਧ ਨੀਚ ਹੈ। ਇਹ ਇੱਕ ਬੜੀ ਚਲਾਕੀ ਹੈ ਪੁਜਾਰੀਵਾਦ ਦੀ। ਨੀਚਾਂ ਦੇ ਵਿੱਚ ਵੀ ਕਈ ਸ਼੍ਰੇਣੀਆਂ ਬਣਾ ਦਿੱਤੀਆਂ। ਗੁਰੂ ਬਾਬਾ ਜੀ ਕਹਿੰਦੇ ਜਿਹਨੂੰ ਪੁਜਾਰੀ ਅੱਤ ਦਰਜੇ ਦਾ ਨੀਚ ਕਹਿੰਦਾ ਮੈਂ ਉਹਦਾ ਵੀ ਸੰਗੀ ਸਾਥੀ ਹਾਂ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਜਿਹਨੂੰ ਬਾਹਮਣਵਾਦ ਕਹਿੰਦਾ ਤਾਂ ਭੰਗੀ ਹੈ, ਧਨਤਾ ਹੈ, ਅੱਤ ਤੇ ਜਾ ਕੇ ਉਹ ਕਹਿੰਦਾ। ਉਸ ਤੋਂ ਅੱਗੇ ਕਹਿੰਦੇ ਚਮਾਰ ਥੋੜਾ ਘੱਟ ਨੀਚ ਹੈ, ਉਸ ਤੋਂ ਅੱਗੇ ਕਹਿੰਦੇ ਇਹ ਝੋਰਨਾ ਸ਼ੀਲ ਉਦੋਂ ਘੱਟ ਨੀਚ ਹੈ, ਤੇ ਉਦੋਂ ਬਾਅਦ ਜੱਟ ਕਹਿੰਦੇ ਇਹ ਉਦੋਂ ਘੱਟ ਨੀਚ ਹੈ। ਪੁਜਾਰੀਵਾਦ
ਤਾਂ ਗੁਰੂ ਬਾਬਾ ਜੀ ਕਹਿੰਦੇ ਜਿਹਨੂੰ ਬਾਹਮਣਵਾਦ ਅਤੀ ਨੀਚ ਕਹਿੰਦਾ, ਅਤੀ ਨੀਚ, ਮੈਂ ਉਹਦਾ ਸੰਗੀ ਸਾਥੀ ਹਾਂ। ਦੇਖੋ ਮੇਰੇ ਗੁਰੂ ਬਾਬਾ ਜੀ, ਦਰਸ਼ਨ ਕਰੋ ਗੁਰੂ ਬਾਬਾ ਜੀ ਦਾ ਬਾਣੀ ਤੋਂ। ਮੇਰਾ ਬਾਬਾ ਉਹ ਦੇਖੋ ਬਾਹਮਣਵਾਦ ਦੇ ਉਤਾੜੇ ਹੋਏ ਲੋਕਾਂ ਨਾਲ ਖੜਾ ਹੈ, ਸੁੱਖ ਵਿੱਚ ਦੇਖੋ, ਅਨੁਭਵ ਕਰੋ। ਮੇਰਾ ਬਾਬਾ ਉਹ ਖੜਾ ਹੈ ਜਿਹਨੂੰ ਬਾਹਮਣਵਾਦ ਕਹਿੰਦੇ, ਇਹਨਾਂ ਦਾ ਪਰਛਾਵਾਂ ਹੀ ਮਾੜਾ, ਇਹਨਾਂ ਦਾ ਤਾਂ ਇਹਨਾਂ ਦਾ ਪਰਛਾਵਾਂ ਪਿੱਟ ਦਿੰਦਾ। ਕਿੱਡੇ ਚਲਾਕ ਲੋਕ ਇਹ, ਕਹਿੰਦੇ ਗਾਂ ਦਾ ਗੋਹਾ ਵੀ ਪਵਿੱਤਰ ਕਰ ਦਿੰਦਾ ਚੁੱਲ੍ਹੇ ਝੌਂਕੇ ਨੂੰ, ਮਨੁੱਖ ਦਾ ਪਰਛਾਵਾਂ ਵੀ ਪਿੱਟ ਜਾਂਦਾ। ਮਨੁੱਖ ਦਾ ਆਪ ਜੇ ਕੋਈ ਪੱਥਰ ਦੀ ਮੂਰਤੀ ਘੜ ਕੇ ਫਿੱਟ ਕਰ ਦਿੱਤੀ, ਕਹਿੰਦੇ ਪਵਿੱਤਰ ਮੂਰਤੀ ਹੈ। ਪਰਮਾਤਮਾ ਦੀ ਬਣਾਈ ਮੂਰਤੀ ਨੂੰ ਨੀਚ ਕਹਿੰਦਾ, ਇਹ ਪਰਮਾਤਮਾ ਵੀ ਦਿੰਦਾ ਹੈ। ਇਹ ਸਰੀਰ ਹੈ ਜਿਹੜਾ, ਇਹ ਤਾਂ ਮੰਨਦੇ ਹੋ ਤੁਸੀਂ ਵੀ ਪਰਮਾਤਮਾ ਦੀ ਬਣਾਈ ਹੋਈ ਜਿਉਂਦੀ ਜਾਗਦੀ ਮੂਰਤੀ ਹੈ, ਤੁਰਦੀ ਫਿਰਦੀ ਖਾਂਦੀ ਪੀਂਦੀ ਬੋਲਦੀ। ਦੇਖੋ ਪੁਜਾਰੀ ਕਿੱਡਾ ਚਲਾਕ ਹੈ, ਪਰਮਾਤਮਾ ਦੀ ਜਿਉਂਦੀ ਜਾਗਦੀ ਮੂਰਤੀ ਨੂੰ ਨੀਚ ਕਹਿੰਦਾ ਹੈ। ਜਿਹੜਾ ਆਪ ਪੱਥਰ ਘੜ ਕੇ ਫਿੱਟ ਕਰ ਦਿੱਤਾ, ਕਹਿੰਦੀ ਪਵਿੱਤਰ ਮੂਰਤੀ ਹੈ। ਹਾਏ ਹਾਏ ਕਿੱਡਾ ਚਲਾਕ ਹੈ, ਆਪਣਾ ਪੱਥਰ ਘੜ ਕੇ ਫਿੱਟ ਕੀਤਾ ਵਾ, ਕਹਿੰਦੇ ਇਹ ਪਵਿੱਤਰ ਹੈ, ਤੇ ਪਰਮਾਤਮਾ ਦੀਆਂ ਬਣਾਈਆਂ ਮੂਰਤੀਆਂ ਨੀਚ ਕਹਿੰਦੇ, ਰੱਬ ਦਾ ਨਿੰਦਕ ਹੈ। ਬੋਲੋ ਸਤਿਨਾਮ। ਹਾਏ ਹਾਏ, ਪੱਥਰ ਦੀ ਮੂਰਤੀ ਪਵਿੱਤਰ, ਰੱਬ ਦੀ ਬਣਾਈ ਮੂਰਤੀ ਨੀਚ। ਇਹਨੂੰ ਧਰਮ ਕਹਿੰਦਾ ਹੈ। ਇਹ ਧਰਮ ਨਹੀਂ, ਇਹ ਧਰਮ ਦੇ ਨਾਂ ਤੇ ਅਧਰਮ ਚੱਲ ਰਿਹਾ ਹੈ। ਅਧਰਮ ਨੂੰ ਧਰਮ ਦੇ ਕੱਪੜੇ ਪਹਿਨਾਏ ਜਾ ਰਹੇ ਹੈ। ਅਧਰਮ ਦੀ ਕਾਟ ਕੀਤੀ ਹੈ ਗੁਰੂ ਬਾਬਾ ਜੀ ਨੇ। ਅਧਰਮ ਨੂੰ ਪਟਣਾ ਦਿੰਦਾ ਨਹੀਂ ਹੁੰਦੀ, ਇਹ ਅਧਰਮ ਨੂੰ ਹੀ ਧਰਮ ਕਹੀ ਜਾਂਦਾ। ਕਮਾਲ ਹੋ ਗਈ। ਤੇ ਗੁਰੂ ਨਾਨਕ ਬਾਬਾ ਜੀ ਕਹਿੰਦੇ ਮੈਂ ਸੰਗੀ ਸਾਥੀ ਹਾਂ ਜਿਨ੍ਹਾਂ ਨੂੰ ਅਤੀ ਨੀਚ ਕਹਿ ਕੇ ਦੁਰਕਾਰਿਆ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ। ਗੁਰੂ ਬਾਬਾ ਜੀ ਕਹਿੰਦੇ ਮੇਰਾ ਉਹਨਾਂ ਦੇ ਨਾਲ ਸੰਗ ਸਾਥ ਹੈ। ਵੱਡਿਆਂ ਸਿਉ ਕਿਆ ਰੀਸ, ਜਿਹੜੇ ਜਾਤ ਕਰਕੇ ਆਪਣੇ ਆਪ ਨੂੰ ਵੱਡਾ ਸਮਝਦੇ ਐ, ਇਹੋ ਜਿਹੇ ਵੱਡਿਆਂ ਨਾਲ ਤਾਂ ਮੇਰਾ ਸੰਬੰਧ ਹੀ ਕੋਈ ਨਹੀਂ। ਆ ਸੁਣ ਲਓ ਭਾਈ, ਜਿਹਦੇ ਅੰਦਰ ਜਾਤ ਦਾ ਹੰਕਾਰ ਹੋਵੇ, ਗੁਰੂ ਬਾਬਾ ਜੀ ਕਹਿੰਦੇ ਮੇਰਾ ਤਾਂ ਸੰਬੰਧ ਹੀ ਨਹੀਂ ਜਾਤ ਦੇ ਹੰਕਾਰੀ ਨਾਲ। ਭਾਵ ਕਿ ਜਾਤ ਦੇ ਹੰਕਾਰੀ ਦੀ ਕਦੇ ਵੀ ਗੁਰੂ ਨਾਨਕ ਬਾਬਾ ਜੀ ਨਾਲ ਬਣ ਨਹੀਂ ਸਕਦੀ। ਕਿਉਂ? ਕਿਉਂਕਿ ਗੁਰੂ ਬਾਬਾ ਜੀ ਆਪ ਕਹਿੰਦੇ ਐ ਜਿਹੜਾ ਜਾਤ ਕਰਕੇ ਆਪਣੇ ਆਪ ਨੂੰ ਵੱਡਾ ਸਮਝਦਾ ਹੈ, ਮੇਰਾ ਸੰਬੰਧ ਹੀ ਨਹੀਂ ਇਹ ਜਿਹੇ ਨਾਲ। ਨਹੀਂ ਕਹਿੰਦੇ ਦੱਸਦੇ, ਕਰੋ ਦਰਸ਼ਨ ਬਾਬੇ ਦਾ। ਵਿੱਚੋਂ ਇੱਕ ਗੱਲ ਕਹਿ ਦੇਗਾ ਤਾਂ ਵਿੱਚੋਂ ਕੁਝ ਗੱਲਾਂ ਹੋਰ ਵੀ ਕਹਿਣੀਆਂ ਪੈਂਦੀਆਂ। ਆਪਾਂ ਨਾ ਦੀਵਾਰ ਦੇ ਉੱਤੇ 10 ਫੋਟੋਆਂ ਟੰਗ ਲਈਏ, ਸਾਰੀਆਂ ਫੋਟੋਆਂ ਨਕਲੀ ਆ ਨਾ, ਕੰਧ ਨੂੰ ਕੋਈ ਭਾਰ ਨਹੀਂ ਲੱਗਦਾ। ਪਰ ਜਦੋਂ ਗੁਰੂ ਬਾਬਾ ਜੀ ਦਾ ਦਰਸ਼ਨ ਗੁਰਬਾਣੀ ਵਿੱਚੋਂ ਕਰਾਈਦਾ, ਕਈਆਂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ। ਅਸਲੀ ਦਰਸ਼ਨ ਬਾਣੀ ਰਾਹੀਂ ਹੁੰਦਾ ਨਾ, ਉਦੋਂ ਫਿਰ ਕਈਆਂ ਦੀਆਂ ਲੱਤਾਂ ਭਾਰ ਜਾਂਦੀਆਂ। ਸੱਚ ਨੂੰ ਕਬੂਲ ਨਹੀਂ ਕਰਦੇ ਬਈ। ਜੇ ਲੱਤਾਂ ਕੰਬਣ ਲੱਗਦੀਆਂ ਨਾ, ਗੁਰੂ ਬਾਬਾ ਜੀ ਨੇ ਹੁਣ ਕਹਿੰਦੇ ਮੇਰਾ ਕੋਈ ਸੰਬੰਧ ਨਹੀਂ ਜਿਹੜਾ ਆਪਣੇ ਆਪ ਨੂੰ ਜਾਣ ਕਰਕੇ ਵੱਡਾ ਸਮਝਦਾ ਹੈ। ਮੈਂ ਤਾਂ ਲਤਾੜੇ ਲੋਕਾਂ ਦਾ ਸੰਗੀ ਸਾਥੀ ਹੈ। ਅੱਗੇ ਕੀ ਲਿਖਿਆ ਕਰ, ਜਿੱਥੇ ਨੀਚ ਸੰਭਾਲੀ ਅਣ, ਜਿੱਥੇ ਬਾਹਮਣਵਾਦ ਦੇ ਲਤਾੜੇ ਲੋਕਾਂ ਦੀ ਸੰਭਾਲ ਹੁੰਦੀ ਹੈ, ਤਿੱਥੇ ਨਦਰ ਤੇਰੀ ਬਖਸ਼ੀਸ। ਪਰਮਾਤਮਾ ਜੀ ਉੱਥੇ ਮਿਹਰ ਦੀ ਨਿਗਾਹ ਹੁੰਦੀ ਹੈ। ਉੱਥੇ ਮਾਲਕ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੁੰਦੀ ਹੈ ਜਿੱਥੇ ਲਤਾੜੇ ਲੋਕਾਂ ਦੀ ਸੰਭਾਲ ਹੁੰਦੀ ਹੈ। ਜਿਹਨਾਂ ਨੂੰ ਪੁਜਾਰੀ ਵਾਲੇ ਨੇ ਦੁਰਕਾਰ ਦਿੱਤਾ, ਲਤਾੜ ਦਿੱਤਾ, ਨੀਚ ਨੀਚ ਕਹਿ ਕੇ, ਕਿਤੇ ਰਾਕਸ਼ ਵੀ ਕਹਿ ਦਿੱਤਾ, ਦੈਂਤ ਵੀ ਕਹਿ ਦਿੱਤਾ। ਯਾਦ ਰੱਖੋ ਜੀ, ਮਨੁੱਖ ਤੋਂ ਵੱਖਰਾ ਇੱਦਾਂ ਦਾ ਕੁਝ ਨਹੀਂ ਹੁੰਦਾ। ਲਤਾੜੇ ਨੂੰ ਲੋਕਾਂ ਨੂੰ ਕੀ ਕਹਿ ਦਿੱਤਾ? ਦੈਂਤ ਕਹਿ ਦਿੱਤਾ। ਜਿਵੇਂ ਪਿੱਛੇ ਤੋਂ ਥੋੜਾ ਅੱਗੇ ਯਾਦ ਸਮਝ ਲਈਏ, ਅੱਜ ਵਿਸ਼ਾ ਨਹੀਂ ਆਪਣਾ ਇਹ। ਜਿਸ ਤਰ੍ਹਾਂ ਕਿ ਜੋ ਜਾਨੀ ਕਿ ਭਾਰਤ ਦੇ ਮੂਲ ਲੋਕ, ਦਰਾਵੜ ਲੋਕ, ਉਹਨਾਂ ਨੂੰ ਜਾਨੀ ਕਿ ਕਿਉਂਕਿ ਉਹ ਹਾਰ ਗਏ, ਉਹਨਾਂ ਨੂੰ ਫਿਰ ਰਾਕਸ਼ ਕਿਹਾ, ਕਿਸੇ ਨੂੰ ਦੈਂਤ ਕਿਹਾ, ਕਿਸੇ ਨੂੰ ਕੁਝ ਕਿਹਾ। ਤੇ ਜਿਹੜੇ ਵਿਦੇਸ਼ੀਆ ਆਰੀਅਨ ਲੋਕ ਸੀ, ਇਹ ਆਪ ਦੇਵਤੇ ਬਣ ਕੇ ਬਹਿ ਗਏ। ਇਹ ਆਪ ਦੇਵਤੇ ਬਣ ਕੇ ਬੈਠ ਗਏ। ਲਤਾੜੇ ਨੂੰ ਲੋਕਾਂ ਨੂੰ ਇਹਨਾਂ ਨੇ ਦੈਂਤ ਤੱਕ ਵੀ ਕਹਿ ਦਿੱਤਾ। ਇਹ ਬੜੀ ਲੰਬੀ ਕਹਾਣੀ ਹੈ, ਚਲੋ ਇਹ ਤਾਂ ਨਾ ਜਾਵਾਂ। ਤਾਂ ਦੀ ਗੱਲ ਚੱਲੀ ਸੀ, ਗੁਰੂ ਨਾਨਕ ਬਾਬਾ ਜੀ ਮਨੁੱਖਤਾ ਦੀ ਬਰਾਬਰਤਾ ਦੇ ਹਾਮੀ ਹੈ। ਗੁਰੂ ਜੀ ਕਹਿੰਦੇ ਮਨੁੱਖਤਾ ਇੱਕ ਹੈ, ਪਰਮਾਤਮਾ ਇੱਕ ਹੈ। ਦੋਨੇ ਗੱਲਾਂ ਤਾਂ ਆਪਾਂ ਸਮਝ ਲਈਆਂ। ਪਹਿਲਾ ਵਚਨ ਸਮਝਣਾ, ਇੱਕ ਓੰਕਾਰ। ਪਰਮਾਤਮਾ ਇੱਕ ਹੈ, ਰਸ ਵਿਆਪਕ ਹੈ। ਮਨੁੱਖਤਾ ਇੱਕ ਹੈ ਕਿਉਂਕਿ ਸਾਰਿਆਂ 'ਚ ਪਰਮਾਤਮਾ ਦੀ ਜੋਤ ਹੈ। ਸੋ ਮੁੱਢਲਾ ਉਪਦੇਸ਼ ਕੀ ਹੋ ਗਿਆ? ਪਰਮਾਤਮਾ ਇੱਕ ਹੈ, ਅਸੀਂ ਇੱਕ ਹਾਂ। ਗੌੜ ਜਵਾਨ ਹੋਈ ਰੱਬ ਨਿਚੋੜ ਹੋ ਗਿਆ ਹੁਣ ਤੱਕ। ਤਾਂ ਤੇ ਹੁਣ ਇੱਕ ਦੋ ਗੱਲਾਂ ਹੋਰ ਵੀ ਕਹਿ ਦੇਵਾਂ। ਕਿਤੇ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਬਾਬਾ ਜੀ ਕਹਿੰਦੇ ਹੈ, ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਇੱਕੋ ਛਾਉ,
आपो जे को भला कहाए नानक तां पर जापै जां पत लिखै पाए। गुरु बाबा जी कहते जात का हंकार फजूल है, अकड़ जाति जिहड़ा कहता साडी जात वड्डी, असीं फलाने हुंदे, असीं ढिमके हुंदे हैं, गुरु बाबा जी कहते बकवास करदा है। अकड़ दा हुंदा बकवास, ये बकवास करदा है, बकवास ये बकवास है जिहड़ा कहते कोई जात वड्डी है। करो दर्शन गुरु बाबा जी का। फकड़ नाओ जिहड़ा कहता साडा नाम वड्डा, असीं फलाने हुंदे हैं, साडी जात वड्डी, साडा गोत वड्डा, असीं फलाने हुंदे हैं जी। गुरु जी कहते ये सब बकवास है, साडा नाम वड्डा, साडी जात वड्डी, बकवास है। फकड़ जाति फकड़ नाओ सबना जीआं इक्को छाओ। सारे जीवां दे उत्ते इक्को परमात्मा की छाया है, इक्को परमात्मा का ही आसरा है। आपो जे को भला कहाए, जे कोई आप ही अपने आप को याद करके भला चंगा कहाउण लग पवे, आए नहीं चंगा बनता। नानक तां पर जापै जां पत लिखै पाए। गुरु बाबा जी कहते तां ही चंगा जाना जाएगा जो दी पत मालक परमात्मा के दर ते कबूल हो जाए, जो मालक के दर ते कबूल हो जाए। तां पर जापै जां पत लिखै पाए। कोई आप ही कही कदे साडी जात वड्डी, साडा नाम बड़ा, सी फलाने होने, आए चंगा कोई नहीं बनता। चंगा वो है जो मालक परमात्मा की मिहर की निगाह च आ गया। सो सिद्ध हो गया। गुरु बाबा जी कहते हैं मनुखता एक है, जात का हंकार छड़ दे। एक प्रमाण हो रहे हो तसल्ली वास्ते, जान हो जोत ना पूछो जाति, आज्ञा जात ना है। सारे परमात्मा की जोत जानो, जात ना किसी की पूछा करो। पर साडे किहे जे नकली बाबे पैदा हो गए, जिहड़े ठेकेदार भी कहाउंदे गुरु नानक बाबा जी दे, ते जातां भी परखदे हैं। गुरु ग्रंथ साहिब का प्रकाश भी है, पंगतां भी वखरियां, भांडे भी वखरे। ये गुरु के सिख नहीं हो सकते, ये तो मूर्ख हो सकते हैं। लिखा ना बाणी विच, जात का गर्व ना कर मूर्ख का वारा। ऐ मूर्ख है पागल, जात का हंकार ना करया कर। जात का हंकार ही महामूर्खता हो सकता है, महापुरख नहीं हो सकता। फैसला करवानी है जी। साडे विच इहे जिहे महामूर्ख भी पैदा हो गए ਜਿਹੜੇ ਕਹਾਉਂਦੇ ਨੇ गुरु के सिख ते जात करके किसी ने वितकरा करते। जात का हंकारी गुरु का सिख नहीं हो सकता, फैसला बाणी का। सो दूसरा नुकता अपन मेरे ख्याल की व्याख्या बहुत है, क्योंकि एक नुकते से आप दर्शन करते जाना है। सो परमात्मा एक है, ये आप दर्शन कर लिया बाणी तो समझ लिया फलसफा। दूसरा नुकता समझ लिया मनुखता एक है। तीसरा नुकता गुरु बाबा जी जो मनुखता की गल करते हैं, मनुखता के इस्त्री ते पुरुष सारे आ जाते हैं, मेल ते फमेल सारे आ जाते हैं। हुण इहदा अर्थ विचों ये समझ लो भी इस्त्री पुरुष भी बराबर है, क्योंकि जिथे नीच नीच कह के मनुख का खून पीता गया, उत्थे इस्त्री नाल भी वितकरा किया गया। भैणां ने अज गुरु नानक साहब के प्रकाश पुरब ते चंगी तरह दिल कर लेना कि तुहाडा इक्को ही दादी है। कौन? धन गुरु नानक साहब, इक्को ही दादी है तुहाडा इस दुनिया के, धन गुरु नानक साहब। ते नहीं तो तुहाडी तां हालत बहुत मंदी सी। जिवें दो थोड़े उदाहरण देने हैं, किते तां इस्त्री नाल धक्का कीता गया सती की रस्म कह के। किसी बीबी का पति चढ़ाइयां कर जाता, जिउंदी नूं नाल बन के फूक दिता जाता पुजारी वालों। की कहंदा? कहंदा सती की रस्म है, सती की रस्म बीबी अपने पति दे नाल चली है स्वर्ग नूं। देखो अधर्म नूं धर्म कहा जा रहा है, यह अधर्म है। जिउंदी नूं फूक दिता पर इहनूं धर्म कहा जा रहा है, ताकि कोई बोले ना सो कर्म के खिलाफ। ये हालत तुहाडी पुजारी ने कीती। ते पुजारी है ना जिहड़ा चलाक बड़ा हुंदा है, ये झूठ नूं शब्दां दे गहणे पा दिंदा। गुरु बाबा जी बाणी च कहंदे मुख झूठ विभूखण सारण। ये की करता? झूठ नूं शब्दां दे गहणे पा दिंदा। विभूखण दा हुंदा गहणे। किस तरह? मान लो किसी बीबी नूं जिउंदी नूं फूक दिता, ये शब्दां दे गहणे किस तरह पाउंदा है? ये बीबी बड़ी महान है, ये बीबी सती सवित्री है, ये बीबी अपने पति नाल स्वर्ग विच गई, इन्हें हुण कई युगां तक अपने पति नाल स्वर्ग विच रहना है। संगते आपां सती भूआ जी की समाध बनावांगे, इत्थे मेला लग्या करूगा, सती भूआ जी सुखां पूरीआं करिया करनगे। भाव के लोगों की यही जी चकरी घुमाई को फूकण वाली गल तां भुल गए। लोगों की एक गल याद रह गई, सती भूआ की समाध को मेला लग्या करूगा, सुखां पूरीआं होया करनगियां। गुरु सतनाम चला पुजारी
देखो जिउंदी फूकती मरी को भूआ बना लिया, जिउंदी फूकती मरी कहते हुण कहते सुखां पूरियां करिया करो। आह हालत सी बाणी का फैसला गुरु बाबा जी ने दसी है। गल कहते श्रृंगार है झूठ नूं अजे नाना प्रमाण दे रहे हैं। दर्शन करो गुरु नानक बाबा जी का बाणी चूं कहते झूठ नूं श्रृंगार बनता है। लोगों को पता ही नहीं लगता, वो तो गल भुल ही गए लोग फूकण वाली। तां वो गल्लां बाकी ने याद रहियां बीबी बड़ी महान है, बड़ी सती सिरतरी है, सिरती गई सुर बनू मेला लग्या करूगा समाध बनूगी सुखां पूरियां होया करनगियां चली तुम्हारी इदां इदां भी बड़ा चलाक है। इदां इस्त्री नाल धक्का किया गया पुजारी वाल वालों कि जिउंदियां नूं फूक दिता जांदा। किते पुजारी देवदासी प्रथा की आड़ विच धीआं भैणां दा शोषण भी करदा रहा। चलो विस्तार विच ना जावां। किते जानी कि इस्लाम मत दे विच दो इस्त्रियां की गवाही एक बंदे के बराबर है। नवाज अदा नहीं कर सकती इस्त्री मुसीबत विच जाके। असाई मत भी कह रहा है इस्त्री ही बड़ी पापना है जिन्हें मनुख नूं धरती उत्ते सुट्टिया। हवा ने आदम नूं बरकत फल खाण वास्ते मजबूर किया। आदम इस्त्री मगर लग्या तां कहते मनुख धरती ते डिग पिया। भाव किस धरती ते मनुख मनुख का भाव आदमी है जो बंदा मेल कहते इस धरती के उत्ते इस्त्री की गलती करके ना सी। सो मूल रूप ही इस्त्री पापी होगी ना पापना होगी। चलो गुरमत नहीं इदा गल्लां मनदी ताते किते गोरख ने कहा इस्त्री बघियाड़ी है। किते इत्थी बस नहीं पांडवां ने जुआ खेडिया द्रौपदी जुए दे विच हरा दित्ती। द्रौपदी जुए विच दाते ला दित्ती। किते सीता जी नूं गर्भवती हालत विच एक धोबी दे कहण ते घरों कढ दित्ता गया। इस्त्री नाल धक्के की कहानी बहुत लंबी है। इस्त्री नाल धक्के की कहानी गर्भवती हालत में सीता जी को बाहर कढ़ दिता गया। हाँ हालत सी होगी। गुरु नानक बाबा जी ने आके तुहाडे हक दे विच आवाज़ उठाई की कहा भंड जमी है भंड निमी है भंड मंगण लिया। भंड हो होवे दोस्ती भंड हो चलदा राह। भंड होआ भंड भाली है भंड होवे बंधान सो क्यों मंदा आखिए जत जमहे राजान। भंड होगी भंड उपजै भंडै राज न कोय नानक भंडा बाहरा एको सच्चा। गुरु बाबा जी कहते इस्त्री तो बाहर एक परमात्मा है बस। बाकी हर कोई संसार में इस्त्री राही आउंदा है। इस्त्री माता भी है, इस्त्री भैन भी है, इस्त्री धी भी है, इस्त्री सुपत्नी भी है। अगे जाके सारे रिश्ते इस्त्री राही बनते हैं। इस करके तुसीं इस्त्री नूं माड़ा क्यों कहते हो। इत्थे गुरु बाबा जी ने एक गहरा इशारा भी दिता उस वेले दी पुजारी नूं। सो क्यों मंदा आखी है जित जमे राजान। बड़ा गहरा इशारा है। कहते आए दस जिहड़ी इस्त्री तो राजे पैदा होंदे है ते तू उस इस्त्री नूं माड़ा क्यों कहना। एक सख्त कटाक्ष है जिहड़ी कि भाव समझो गहरे वचन होंदे सतपुरुषां दे। भाव के ये उहनूं इशारा दिता सी कि जिहड़ा तू ना समय के हाकम नाल रल के जिहड़ा तू कहना नहीं थकदा भी राजे तां नेक कलंक अवतार हुंदे है। ये जानी कि उस वेले के हाकम की ते पुजारी की मिली भुगत सी ना। इशारा दे देवां मिली भुगत पता की होया जानी कि ब्राह्मण उस वेले का पुजारी समय के हाकम नूं कहंदा तू मैनूं देवता बना दे ते मैं तैनूं मेरे कलंक अवतार बना दूं। मिली भुगत अंदर खाते कहते ठीक है। लो जी ब्राह्मण ने कहना शुरू कर दिता समय के राजा नूं कि तां नेक कलंक अवतार होंदे है। इन्हों को कोई पाप पूप नहीं लगता होंदा जो मर्जी करी जाना भाई तो नहीं कलंक अवतार होंदे है। तो फिर पुजारी का बनाया नहीं कलंक की कहता कहता भाई ब्राह्मण का देवता होंदा है। गुरु सतनाम मेरी भुगत है। तू मैनूं देवता बना दे मैं तैनूं नहीं कलंक बना दूं। अज भी यही इदां ही चलदा है। तू मैनूं जथेदार बना दे मैं तैनूं खासरे कौम बना दूं। गुरु सतनाम चल रही है। हाँ जी चल चलो रहो विचार। इदा फिर गुरु बाबा जी ने उत्थे उस पुजारी को कहा कि तू राजे को अपने स्वार्थ वास्ते कहना है कि नहीं कलंक है। तो राजा जिस माता तो पैदा होया तू इस्त्री को कलंक नहीं कहना है। आए दस पया गया कलंकनी तू नहीं कलंक किवें पैदा होऊगा। गुरु सतनाम ये गहरा चोट है उहदे भी तू किड्डा चलाक है तू राजा को नहीं कलंक कही जाना है। कहते आए दस कलंकनी तू नहीं कलंक किवें पैदा हो गया। जन्म देने वाली कलंकनी स्त्री कुछ स्त्रियां की आ गई सारे क्या दस
ਚਲੋ ਉਹ ਵਿਚਾਰ ਤਾਂ ਤੇ ਇਹਦਾ ਅਸੀਂ ਗੱਲ ਨੂੰ ਸਮਝਦੇ ਹਾਂ। ਸੋ ਇਸਤਰੀ ਦੇ ਹੱਕ ਵਿੱਚ ਗੁਰੂ ਨਾਨਕ ਬਾਬਾ ਜੀ ਨੇ ਆਵਾਜ਼ ਉਠਾਈ, ਇਸਤਰੀ ਪੁਰਸ਼ ਬਰਾਬਰ ਹੈ। ਅਜੇ ਵੀ ਗੁਰੂ ਨਾਨਕ ਘਰ ਦੀ ਬਖਸ਼ਿਸ਼ ਹੈ। ਇਹ ਜਾਣੀ ਕਿ ਮਾਈਆਂ ਭੈਣਾਂ ਧੀਆਂ ਨੇ ਚੰਗੀ ਤੰਦਰ ਕਰ ਲੈਣਾ ਤੇ ਨਾਲ ਹੀ ਪ੍ਰਣ ਵੀ ਕਰ ਲੈਣਾ ਵੀ ਦਰ ਛੱਡ ਕੇ ਜਾਣਾ ਕਿਤੇ। ਇੱਕੋ ਹੀ ਦਰ ਨਹੀਂ, ਤੁਹਾਡਾ ਧੰਨ ਗੁਰੂ ਨਾਨਕ ਸਾਹਿਬ। ਗੁਰੂ ਨਾਨਕ ਬਾਬਾ ਜੀ ਨੇ ਤੀਜੇ ਸਰੂਪ ਦੇ ਵਿੱਚ ਸਤੀ ਦੀ ਰਸਮ ਬੰਦ ਕਰਾਈ। ਪੰਜਵੇਂ ਰੂਪ 'ਚ ਔਰਤ ਯਕੀਨਾ ਕਿਹਾ, ਛੇਵੇਂ ਰੂਪ ਦੇ ਵਿੱਚ ਕਿਹਾ ਔਰਤ ਈਮਾਨ, ਨੌਵੇਂ ਰੂਪ 'ਚ ਕਿਹਾ ਮਾਈਆਂ ਰੱਬ ਰਜਾਈਆਂ ਸੇਵਾ ਕਰਨ ਆਈਆਂ, ਤੇ 10ਵੇਂ ਰੂਪ 'ਚ ਤੁਹਾਨੂੰ ਕੌਰ ਕਹਿ ਦਿੱਤਾ। ਭਾਵ ਇਹ ਤਾਂ ਸਾਡੇ ਛੋਟੇ ਪੁੱਤ ਹੈ। ਕੌਰ ਦਾ ਅਰਥ ਹੈ ਛੋਟਾ ਰਾਜਕੁਮਾਰ। ਜਿਵੇਂ ਇੱਕ ਬਾਪ ਆਪਣੀ ਧੀ ਨੂੰ ਲਾਡਨਾ ਕਹਿ ਦਿੰਦਾ ਹੈ, ਇਹ ਤਾਂ ਮੇਰਾ ਛੋਟਾ ਪੁੱਤ ਹੈ। ਤੇ ਗੁਰੂ ਨਾਨਕ ਬਾਬਾ ਜੀ 10ਵੇਂ ਸਰੂਪ 'ਚ ਕਹਿੰਦੇ ਤਾਂ ਸਾਡੇ ਛੋਟੇ ਰਾਜਕੁਮਾਰ ਹੈ। ਗੁਰੂ ਦਾ ਨਾਮ ਇਹ ਹੁਣ ਵੀਡੀਓ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ, ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਵੀ ਕੌਰ ਹੋਵੇ ਗੁਰੂ ਦਾ ਛੋਟਾ ਰਾਜਕੁਮਾਰ ਤੇ ਜਾਵੇ ਵਿਉਹੀ ਪਾਤਰਾਂ ਤੇ। ਇਹ ਗੱਲ ਜਾਇਜ਼ ਨਹੀਂ, ਉਹ ਸੱਚੀ ਗੱਲ ਆਪਾਂ ਕਹਿਣੀ ਇਹ ਜੱਜ ਕਿੰਨੀ ਵੱਡੀ ਪਦਵੀ ਹੈ ਕੌਰ ਦੀ। ਹੋਵੇ ਸਤਿਗੁਰਾਂ ਦਾ ਛੋਟਾ ਰਾਜਕੁਮਾਰ ਤੇ ਜਾਵੇ ਵਿਉਹੀ ਪਾਤਰਾਂ ਕਰਨੀ, ਇਹ ਨਹੀਂ ਗੱਲ ਜਾਇਜ਼। ਚਲੋ ਛੋਟੇ ਰਾਜਕੁਮਾਰ ਤੁਹਾਨੂੰ 10ਵੇਂ ਸਰੂਪ 'ਚ ਜਾ ਕੇ ਕਹਿ ਦਿੱਤਾ। ਚਲੋ ਉਸੇ ਨੁਕਤੇ ਤੇ ਆ ਜਾਈਏ ਤਾਂ ਤੇ ਹੁਣ ਆਪਾਂ ਸਮਝ ਰਹੇ ਸੀ ਕਿ ਗੁਰੂ ਨਾਨਕ ਬਾਬਾ ਜੀ ਜਿੱਥੇ ਮਨੁੱਖਤਾ ਇੱਕ ਕਹਿੰਦੇ ਆ, ਉਹਦਾ ਭਾਵ ਨਾਲ ਇਹ ਵੀ ਹੈ ਕਿ ਇਸਤਰੀ ਪੁਰਸ਼ ਵੀ ਬਰਾਬਰ ਹੈ। ਇੱਕ ਨੁਕਤਾ ਹੋਰ ਕਹਿ ਦੇਵਾਂ, ਜਦੋਂ ਹਰਦਿਆਲ ਪ੍ਰੋਹਤ ਗੁਰੂ ਨਾਨਕ ਬਾਬਾ ਜੀ ਨੂੰ ਜਨੇਊ ਪਾਉਣ ਵਾਸਤੇ ਆਇਆ, ਸਾਰੀ ਤਿਆਰੀ ਹੋ ਚੁੱਕੀ ਹੈ ਤੇ ਹਰਦਿਆਲ ਪ੍ਰੋਹਤ ਗੁਰੂ ਨਾਨਕ ਬਾਬਾ ਜੀ ਨੂੰ ਜਨੇਊ ਦੀਆਂ ਸਿਫਤਾਂ ਦੱਸਦਾ ਰਿਹਾ। ਗੁਰੂ ਨਾਨਕ ਬਾਬਾ ਜੀ ਚੁੱਪਚਾਪ ਸੁਣਦੇ ਰਹੇ। ਕਿਉਂ? ਕਿਉਂਕਿ ਇਹ ਵੀ ਇੱਕ ਤਰੀਕਾ ਹੁੰਦਾ, ਸਾਨੂੰ ਦੱਸਿਆ ਵੀ ਕੋਈ ਕੁਝ ਸੁਣਾਉਂਦਾ ਸੁਣ ਲਓ, ਬਾਅਦ ਦੇ ਵਿੱਚ ਜੇ ਗੱਲ ਗਲਤ ਲੱਗਦੀ ਹੈ ਤੁਸੀਂ ਪ੍ਰਸ਼ਨ ਕਰ ਲਓ, ਪੁੱਛ ਲਓ। ਪਹਿਲਾਂ ਚੁੱਪਚਾਪ ਸੁਣਦੇ ਰਹੇ। ਜਦੋਂ ਹਰਦਿਆਲ ਪ੍ਰੋਹਤ ਨੇ ਸਭ ਕੁਝ ਸੁਣਾ ਦਿੱਤਾ, ਫਿਰ ਵੀ ਪੁੱਛਿਆ ਗੁਰੂ ਬਾਬਾ ਜੀ ਨੇ, ਭਾਵੇਂ ਸਾਰੇ ਤਰੀਕੇ ਦੱਸੇ ਸਾਨੂੰ ਕਿ ਪ੍ਰੋਹਤ ਜੀ ਤੁਸੀਂ ਤੁਹਾਡੀ ਗੱਲ ਪੂਰੀ ਹੋ ਗਈ, ਹੁਣ ਮੈਂ ਤੁਹਾਨੂੰ ਕੁਝ ਪੁੱਛ ਸਕਦਾ? ਉਹ ਕਹਿੰਦਾ ਹਾਂ। ਗੁਰੂ ਬਾਬਾ ਜੀ ਨੇ ਫਿਰ ਉਸ ਵੇਲੇ ਆਪਣੀ ਭੈਣ ਵੱਲ ਨੂੰ ਇਸ਼ਾਰਾ ਕੀਤਾ, ਪ੍ਰੋਹਤ ਨੂੰ ਪੁੱਛਿਆ ਕਿ ਪ੍ਰੋਹਤ ਜੀ ਤੁਸੀਂ ਬੜੀਆਂ ਸਿਫਤਾਂ ਦੱਸਦੇ ਹੋ ਜਨੇਊ ਦੀਆਂ ਕਿ ਮੇਰੀ ਭੈਣ ਤਾਂ ਮੇਰੇ ਨਾਲੋਂ 5 ਸਾਲ ਵੱਡੀ ਹੈ, ਇਹ ਤੋਂ ਪਵਿੱਤਰ ਜਨੇਊ ਮੇਰੀ ਭੈਣ ਨੂੰ ਅਜੇ ਤੱਕ ਪਾਇਆ ਹੀ ਨਹੀਂ। ਸੋਚ ਨਹੀਂ ਸਕਦਾ ਸੀ ਪ੍ਰੋਹਤ ਵੀ ਇਹ ਪ੍ਰਸ਼ਨ ਖੜਾ ਹੋ ਜੂ। ਗੁਰੂ ਨਾਨਕ ਬਾਬਾ ਜੀ ਨੇ ਕਿੱਡਾ ਵੱਡਾ ਪ੍ਰਸ਼ਨ ਖੜਾ ਕਰ ਦਿੱਤਾ। ਕਹਿੰਦੇ ਪ੍ਰੋਹਤ ਜੀ ਮੇਰੀ ਭੈਣ ਨੂੰ ਅਜੇ ਤੱਕ ਤੁਸੀਂ ਜਨੇਊ ਪਾਇਆ ਨਹੀਂ, ਮੇਰੇ ਤੋਂ 5 ਸਾਲ ਵੱਡੀ ਹੈ। ਜਦੋਂ ਪ੍ਰਸ਼ਨ ਕੀਤਾ ਤੇ ਉਸੇ ਵੇਲੇ ਕਿਉਂ ਪ੍ਰਸ਼ਨ ਹੀ ਇਦਾਂ ਦਾ ਸੀ, ਅਖਬਾਰ ਕਰਵਾਇਆ ਉਸ ਵੇਲੇ ਹਰਦਿਆਲ ਪ੍ਰੋਹਤ ਨੂੰ। ਕਹਿਣਾ ਪਿਆ, ਕੀ ਕਹਿਣਾ ਪਿਆ ਕਿ ਨਾਨਕ ਇਹ ਜਿਹੜਾ ਜਨੇਊ ਹੈ ਨਾ ਤਾਂ ਸ਼ੂਦਰ ਪਾ ਸਕਦਾ ਹੈ, ਨੀਚੇ ਜਨੇਊ ਨਹੀਂ ਪਾ ਸਕਦਾ, ਤੇ ਹਿੰਦੂ ਮਤ ਵਿੱਚ ਇਸਤਰੀ ਨੂੰ ਵੀ ਨੀਚ ਮੰਨਿਆ ਹੋਇਆ ਹੈ, ਜਿਸ ਕਰਕੇ ਇਸਤਰੀ ਵੀ ਜਨੇਊ ਨਹੀਂ ਪਾ ਸਕਦੀ। ਗੁਰੂ ਬਾਬਾ ਜੀ ਕਹਿੰਦੇ ਮੈਂ ਜਨੇਊ ਪਾ ਕੇ ਤੁਹਾਡੇ ਵੱਡਿਆਂ ਵਿੱਚ ਰਲਣਾ ਨਹੀਂ ਚਾਹੁੰਦਾ, ਕਿਉਂਕਿ ਮੈਂ ਮਨੁੱਖਤਾ ਦੀ ਬਰਾਬਰਤਾ ਦਾ ਤੇ ਇਸਤਰੀ ਪੁਰਸ਼ ਦੀ ਬਰਾਬਰਤਾ ਦਾ ਹਾਮੀ ਹਾਂ। ਮੈਂ ਜਨੇਊ ਪਾ ਕੇ ਤੁਹਾਡੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ। ਜੇ ਇਹ ਜਨੇਊ ਮੇਰੀ ਭੈਣ ਨਹੀਂ ਪਾ ਸਕਦੀ, ਮੈਂ ਨਹੀਂ ਪਾਉਣਾ। ਬੋਲੋ ਸਤਿਨਾਮ। ਆਪਾਂ ਨਹੀਂ ਪਾਉਣਾ, ਦੇਖੋ ਕਰੋ ਦਰਸ਼ਨ, ਆਪਾਂ ਨਹੀਂ ਪਾਉਣਾ ਨਾ। ਕਰੋ ਵਿਚਾਰ। ਜਨੇਊ ਪਾਉਣ ਤੋਂ ਜਵਾਬ ਦੇ ਕੇ ਗੁਰੂ ਬਾਬਾ ਜੀ ਨੇ ਲਤਾੜੇ ਲੋਕਾਂ ਦੇ ਹੱਕ 'ਚ ਆਵਾਜ਼ ਉਠਾ ਦਿੱਤੀ, ਕਿਉਂਕਿ ਤੁਸੀਂ ਨੀਚ ਨਹੀਂ ਪਾ ਸਕਦਾ ਜਨੇਊ, ਇਸਤਰੀ ਨਹੀਂ ਪਾ ਸਕਦੀ, ਤੇ ਇਸਤਰੀ ਦੀ ਬਰਾਬਰਤਾ ਦੇ ਹੱਕ ਵਿੱਚ ਆਵਾਜ਼ ਉਠਾ ਦਿੱਤੀ। ਇੱਕ ਭਾਵ ਸੀ ਤਾਂ ਤੇ ਏਦਾਂ ਇਹ ਨੁਕਤਾ